ਕੀਤਾ ਖਾਲਸਾ ਹੈ ਕਹਿਣਾ ਕੀਤਾ ਖਾਲਸਾ ਹੈ ਮੌਤ ਕਸ ਵੱਟੀ ਲਾਗੇ ਵੇਖੀ ਲਹਿਰਾਉਂਦੀ ਹੋ ਵੇਖੀ ਲਹਿਰਾਉਂਦੀ ਕਿਰਪਾਨ ਦਸ਼ਮੇ ਸਦੀ ਵੇਖੀ ਲਹਿਰਾਉਂਦੀ ਕਿਰਪਾਨ ਦਸ਼ਮੇ ਸਦੀ
ਮਾਣਿਆਂ ਦੇ ਮਾਨ, ਟਾਣਿਆਂ ਦੇ ਤਾਰ, ਨਿਓਟਿਆਂ ਦੀ ਓਟ, ਨਗਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਧਿਰਿਆਂ ਦੇ ਧਿਰ, ਸੱਚੇ ਸਤਿਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਗੋਦ ਦੇ ਅੰਦਰ ਸੱਜ ਬੈਠੀ ਪਿਆਰੀ ਸਤਿਕਾਰਯੋਗ ਸੰਤ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਬਾਜਾਂ ਵਾਲੇ, ਤਾਜਾਂ ਵਾਲੇ, ਮਿੱਠੀਆਂ ਬਾਜਾਂ ਵਾਲੇ, ਕਲਗੀਆਂ ਵਾਲੇ, ਫੌਜਾਂ ਵਾਲੇ ਸ਼ਹਿਨशाह ਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਿੱਤਾ ਹੋਇਆ ਸਿਧਾਂਤ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਗੁਰੂ ਕੇ ਚਰਨਾਂ 'ਚ ਸੀਸ ਝੁਕਾ ਕੇ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਕੋਟੋਂ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬੜੀ ਮਹਾਨ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆਣ ਕੇ ਸਾਡੇ ਤੇ ਮਿਹਰ ਕੀਤੀ, ਆਪਣੀ ਪਾਵਨ ਗੋਦ ਦੇ ਅੰਦਰ ਬਿਠਾ ਕੇ ਸਤ ਸੰਗ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਗੁਰੂ ਕੇ ਗੁਣ ਗਾਉਣ ਦਾ, ਵਡਿਆਈਆਂ ਕਰਨ ਦਾ, ਸਿਧਾਂਤ ਦੀਆਂ ਵਿਚਾਰਾਂ ਕਰਨ ਦਾ ਸੁਭਾਗਾ ਸਮਾਂ ਦਿੱਤਾ ਹੈ। ਕੋਟੋਂ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਓ ਸਭ ਤੋਂ ਪਹਿਲਾਂ ਦੱਬੇ ਕੁਚਲੇ ਲੋਕਾਂ ਨੂੰ ਛਾਤੀ ਨਾਲ ਲਾਉਣ ਵਾਲਾ, ਸਾਡੀ ਅਣਖ ਦੀ ਜ਼ਿੰਦਗੀ ਦੇਣ ਵਾਲਾ, ਸਾਨੂੰ ਰੁਲਦਿਆਂ ਨੂੰ ਸਰਦਾਰ ਬਣਾਉਣ ਵਾਲਾ ਸ਼ਹਿਨशाह ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀ ਸਮੂਹ ਸੰਗਤ ਨੂੰ ਜਥੇ ਵੱਲੋਂ ਵਧਾਈ ਪੇਸ਼ ਕਰਦਾ, ਪ੍ਰਵਾਨ ਕਰਨੀ। ਥੋੜੇ ਸਮੇਂ ਦੇ ਵਿੱਚ ਆਪਾਂ ਅੱਜ ਦੀਆਂ ਵਿਚਾਰਾਂ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਕੁਝ ਉਹਨਾਂ ਦੇ ਗੁਣ ਗਾਉਣੇ ਆ, ਤੇ ਪਰ ਉਹਨਾਂ ਦੇ ਗੁਣਾਂ ਦੇ ਵਿੱਚੋਂ ਜੋ ਸਿੱਖਣਾ ਚਾਹੁੰਦਾ, ਤਿੰਨ ਕੁ ਗੱਲਾਂ ਦੀ ਵਿਚਾਰ ਕਰਨੀ ਆਪਾਂ ਇਤਿਹਾਸ ਦੇ ਵਿੱਚੋਂ। ਗੁਰਦੁਆਰਾ ਸਾਹਿਬ ਆਉਣਾ ਕਿਵੇਂ ਆ, ਸਾਡੀ ਭਾਵਨਾ ਕੀ ਚਾਹੀਦੀ ਆ, ਅਗਲੇ ਕੇਸਾਂ ਦੀ ਮਹੱਤਤਾ ਕੀ ਆ, ਆਪਾਂ ਇਹ ਵਿਚਾਰ ਰੱਖਣੀ ਆ। ਗੁਰਦੁਆਰਾ ਸਾਹਿਬ ਆਉਣਾ ਕਿਵੇਂ ਆ ਤੇ ਕੇਸਾਂ ਦੀ ਮਹੱਤਤਾ ਕੀ ਆ। ਕਿਸੇ ਸ਼ਾਇਰੀ ਨੇ ਲੈਣਾ ਤੇ ਟੇਢੀਆਂ ਨੇ ਪਰ ਅਰਥ ਬੜੇ ਡੂੰਘੇ ਲਿਖਦਾ, ਆਂਦਾ ਪਾਣੀ ਭਰਨ ਗਈ ਇੱਕ ਸੁੰਦਰੀ, ਹੱਥ ਕੜਾ ਪਲਮਾਈ। ਕਹਿੰਦਾ ਹੱਥ ਦੇ ਵਿੱਚ ਇੱਕ ਭੈਣ ਆ ਮਟਿਆਰ ਘੜੇ ਨੂੰ ਲੈ ਕੇ ਜਾ ਰਹੀ ਆ, ਤੇ ਘੜਾ ਹੱਥ 'ਚ ਲਮਕਾਇਆ, ਖੂਹ ਤੇ ਜਾ ਕੇ ਗਲ ਰੱਸੀ ਪਾ ਕੇ ਦਿੱਤਾ ਵਿੱਚ ਲਟਕਾਈ। ਖੂਹ ਤੇ ਗਈ ਆ, ਘੜੇ ਦੇ ਗਲ ਦੇ ਵਿੱਚ ਰੱਸੀ ਪਾ ਦਿੱਤੀ ਤੇ ਘੜੇ ਨੂੰ ਲਮਕਾ ਦਿੱਤਾ। ਹੁਣ ਘੜਾ ਸਵਾਲ ਕਰਦਾ ਤੂੰ, ਆਂਦਾ ਮੈਂ ਚੱਕ ਚੜਿਆ, ਭੱਠ ਭੁੱਜਿਆ, ਕਠਨ ਤਪੱਸਿਆ ਕੀਤੀ, ਤਾਂ ਵੀ ਮੇਰੇ ਗਲ ਫਾਹੀ। ਆਂਦਾ ਮੈਂ ਇੰਨੀ ਕਠਨ ਤਪੱਸਿਆ ਕੀਤੀ ਹੈ, ਮੈਂ ਚੱਕ ਤੇ ਚੜ ਗਿਆ, ਅੱਗ 'ਚ ਭੁੱਜ ਗਿਆ, ਮੇਰੇ ਗਲ ਵਿੱਚ ਤਾਂ ਵੀ ਫਾਹੀ ਆ। ਅੱਗੋਂ ਭੈਣ ਦਾ ਸਵਾਲ ਸੀ, ਜਵਾਬ ਦੇ ਰਹੀ ਹੈ ਭੈਣ ਨੂੰ, ਚੱਕ ਚੜਿਆ, ਭੱਠ ਭੁੱਜਿਆ, ਤੇ ਅਕਲ ਦੇ ਥੋਥੇ ਅੰਦਰ ਕੁਛ ਨਹੀਂ ਪਾਇਆ। ਮੈਂ ਨਿਤਨੇਮੀ ਵੀ ਆ, ਮੈਂ ਸਾਬਤ ਸੂਰਤ ਵੀ ਆ, ਮੈਂ ਗੁਰਦੁਆਰਾ ਸਾਹਿਬ ਵੀ ਰੋਜ਼ ਜਾਣਾ, ਮੈਂ ਇੰਨੀ ਕਠਨ ਤਪੱਸਿਆ ਕਰਦਾ, ਪਰ ਮੈਨੂੰ ਫਿਰ ਵੀ ਦੁੱਖਾਂ ਨੇ, ਕਲੇਸ਼ਾਂ ਨੇ ਕਿਉਂ ਘੇਰਿਆ, ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਆ ਰਹੀ। ਕਾਰਨ ਮੇਰੇ ਗਲ ਵਿੱਚ ਫਿਰ ਵੀ ਫਾਹੀ ਹੈ। ਤੇ ਜਵਾਬ ਅੱਗੋਂ, ਚੱਕ ਚੜਿਆ, ਪੱਠ ਭੁੱਜਿਆ, ਤੇ ਅਕਲ ਦੇ ਥੋਥੇ ਅੰਦਰ ਕੁਛ ਨਹੀਂ ਪਾਇਆ। ਸਾਰਾ ਕੁਛ ਕਰੀ ਗਿਆ, ਪਰ ਗੁਰੂ ਦਾ ਪਿਆਰ, ਗੁਰੂ ਤੇ ਸਰਦਾ, ਗੁਰੂ ਦਾ ਭਰੋਸਾ ਤੇ ਅੰਦਰ ਪਾਇਆ ਹੀ ਨਹੀਂ। ਇਹ ਗੱਲ ਸੁਣ ਘੜਾ ਸਿਰ ਨੀਵਾਂ ਕਰ ਲਪਾ ਲਪ ਭਰਿਆ। ਘੜੇ ਨੂੰ ਸਮਝ ਆ ਗਈ ਵੀ ਗੱਲ ਗੁਰੂ ਦੇ ਪਿਆਰ ਦੀ ਹੈ, ਗੱਲ ਪਰਮਾਤਮਾ ਨਾਲ ਪਿਆਰ ਕਰਨ ਦੀ ਹੈ, ਗੱਲ ਅੰਦਰ ਇਨਸਾਨੀਅਤ ਦੀ ਹੈ। ਮੈਂ ਧੋਖੇ ਛੱਡ ਦਿਆਂ, ਮੈਂ ਗੁਰੂ ਨਾਲ ਪਿਆਰ ਕਰਾਂ, ਧਰਮ ਦੇ ਨਾਂ ਤੇ ਲੁੱਟਣਾ ਬੰਦ ਕਰ ਦਿਆਂ, ਪਖੰਡ ਬੰਦ ਕਰ ਦਿਆਂ। ਤੇ ਉਹਨੇ ਗਿਆਨ ਅੰਦਰ ਪਾਲਿਆ, ਗੁਰੂ ਦੀ ਭਾਵਨਾ ਸੀ, ਜਿਹੜੀ ਗੁਰੂ ਦਾ ਪਿਆਰ ਸੀ, ਉਹ ਸਿਧਾਂਤ ਨੂੰ ਅੰਦਰ ਵਸਾਲਿਆ ਜੋ ਗੁਰੂ ਸਾਡਾ ਕਹਿ ਰਿਹਾ। ਤਾਂ ਚੱਕਿਆ ਤੇ ਸਿਰ ਧਰਿਆ। ਫਿਰ ਉਹੀ ਘੜਾ ਜਿਹਦੇ ਗਲ ਦੇ ਵਿੱਚ ਫਾਈ ਸੀ, ਜਦੋਂ ਅੰਦਰੋਂ ਭਰ ਗਿਆ ਨਾ, ਫਿਰ ਉਹ ਤਾਂ ਚੱਕ ਕੇ ਸਿਰ ਤੇ ਰੱਖਿਆ। ਜਿੱਦੇ ਗੁਰੂ ਦੇ ਬਣ ਗਏ ਉਹਦੇ ਗੁਰੂ ਫਿਰ ਛਾਤੀ ਦੇ ਨਾਲ ਲਾਉਂਦਾ ਹੈ। ਭਾਈ ਨੰਦ ਲਾਲ ਕੌਮ ਦੇ ਮਹਾਨ ਵਿਦਵਾਨ ਨੇ, ਇੱਕ ਵਾਰ ਪ੍ਰਚਾਰ ਦੀ ਫੇਰੀ ਤੇ ਜਾਣ ਦੀ ਡਿਊਟੀ ਲੱਗੀ ਆ, ਤੇ ਮਨ ਦੇ ਵਿੱਚ ਆਇਆ ਰਾਤ ਦਾ ਸਮਾਂ ਤੁਰਨਾ, ਮੈਂ ਤੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਜਾਵਾਂ। ਤੇ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਨਿੱਜੀ ਸਥਾਨਾਂ ਤੇ
ਟਾਈਮ ਰਾਤ ਦਾ ਕਹਿਣ ਲੱਗਾ ਮੈਂ ਮੂਰਲੇ ਸਿੱਖਾਂ ਤੋਂ ਮੈਂ ਜ਼ਿੰਮੇਵਾਰ ਆ। ਮੈਂ ਥੋੜਾ ਮਨ ਦੇ ਵਿੱਚ ਆਈ ਗੱਲ, ਮੈਂ ਜ਼ਿੰਮੇਵਾਰ ਆ, ਮੈਂ ਅਗਲੇ ਸਿੱਖਾਂ ਚ ਗਿਣਤੀ ਵਾਲੇ ਸਿੱਖਾਂ ਚ। ਇਸ ਕਰਕੇ ਬੂਹਾ ਤੇ ਖੋਲੀ ਜਾਣਾ। ਜਾ ਕੇ ਆਵਾਜ਼ ਮਾਰਦੇ ਆ ਭਾਈ ਨੰਦ ਲਾਲ, ਬੂਹਾ ਖੋਲੋ, ਮੈਂ ਆਨੰਦ ਲਾਲ ਆ। ਬੂਹਾ ਖੁੱਲਦਾ ਨਹੀਂ। ਫਿਰ ਵੇਖਦਾ 2 ਮਿੰਟ, ਮੈਂ ਆਨੰਦ ਲਾਲ ਆ, ਸਾਰਿਆਂ ਤੋਂ ਆਗੂ ਆ ਮੈਂ, ਬੂਹਾ ਕਿਉਂ ਨਹੀਂ ਖੁੱਲਦਾ? ਮਨ ਵਿੱਚ ਆ ਰਹੀ ਹੈ। ਫਿਰ ਆਵਾਜ਼ ਮਾਰਦਾ, ਦਾਸ ਆਨੰਦ ਲਾਲ ਆ, ਬੂਹਾ ਖੋਲੋ। ਆਨੰਦ ਲਾਲ ਫਿਰ ਵੇਖਦਾ ਬੂਹਾ ਖੁੱਲਿਆ ਨਹੀਂ। ਫਿਰ ਮਨ ਦੇ ਵਿੱਚ ਸੋਚ ਜਾਂਦਾ, ਸੱਚੇ ਪਾਤਸ਼ਾਹ ਪ੍ਰਚਾਰ ਨੂੰ ਜਾਣਾ ਹੈ, ਜੇ ਕਿਰਪਾ ਕਰ ਦੇਵੋ ਦਰਸ਼ਨ ਦੇ ਦੇਵੋ, ਮੈਂ ਆਪ ਜੀ ਦੇ ਦਰਸ਼ਨ ਕਰਕੇ ਜਾਵਾਂ। ਪਿਆਰ ਆ ਗਿਆ ਮਨ ਦੇ ਵਿੱਚ, ਬੂਹਾ ਖੁੱਲਿਆ। ਚੋਜੀ ਪ੍ਰੀਤਮ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਆਏ। ਨਮਸਕਾਰ ਕਰਕੇ ਭਾਈ ਨੰਦ ਲਾਲ ਨੇ ਦੋਵੇਂ ਹੱਥ ਜੋੜ ਕੇ ਤੇ ਬੇਨਤੀ ਕੀਤੀ ਤੇ ਸਵਾਲ ਕਰ, ਸੱਚੇ ਪਾਤਸ਼ਾਹ ਮੈਂ ਆਵਾਜ਼ ਮਾਰੀ ਹੈ, ਬੂਹਾ ਨਹੀਂ ਖੁੱਲਿਆ। ਫਿਰ ਆਵਾਜ਼ ਮਾਰੀ, ਹੁਣ ਮੈਂ ਆਵਾਜ਼ ਨਹੀਂ ਮਾਰੀ, ਬੂਹਾ ਖੁੱਲਿਆ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਨੰਦ ਲਾਲ ਪਹਿਲਾਂ ਮੈਂ ਨੰਦ ਲਾਲ ਸੀ। ਫਿਰ ਥੋੜੇ ਜਿਹੇ ਸ਼ਬਦ ਘੁਮਾਲੇ, ਦਾਸ। ਅੱਜ ਵੀ ਦਾਸ ਦੇ ਨਾਂ ਤੇ ਕੌਮ ਲੁੱਟ ਕੇ ਖਾ ਗਿਆ ਪੂਰੀ। ਦਾਸ ਅੱਜ ਵੀ ਕੌਮ ਖਾ ਗਿਆ ਲੁੱਟ ਕੇ। ਆਂਦਾ ਦਾਸ, ਆਂਦਾ ਗੱਲ ਉਹੀ ਸੀ ਅੰਦਰ, ਪਰ ਜਦੋਂ ਤੇਰੇ ਅੰਦਰ ਸ਼ਰਤ ਆ ਗਈ ਫਿਰ ਬੂਹਾ ਖੁੱਲ ਗਿਆ। ਜਿੱਦੇ ਪਿਆਰ ਦੇ ਨਾਲ ਆ ਗਿਆ ਨਾ, ਜਿੱਦੇ ਸਿੱਖਾ ਭਾਵਨਾ ਦੇ ਨਾਲ ਆ ਗਿਆ ਨਾ ਗੁਰਦੁਆਰੇ, ਜਿੱਦੇ ਬਣ ਕੇ ਆ ਗਿਆ ਗੁਰੂ ਦਾ, ਉੱਤੇ ਫਿਰ ਕੋਈ ਕਮੀ ਮੇਰਾ ਪਾਤਸ਼ਾਹ ਛੱਡਦਾ ਨਹੀਂ। ਯਾਦ ਰੱਖਿਓ, ਸਾਨੂੰ ਬਹੁਤ ਤਰ੍ਹਾਂ ਘੁਮਾਇਆ ਜਾਂਦਾ ਹੈ, ਬੜੇ ਤਰੀਕੇ ਵਰਤੇ ਜਾ ਰਹੇ। ਗੁਰਦੁਆਰਾ ਸਾਹਿਬ ਦੇ ਨਾਂ ਤੇ, ਧਰਮ ਦੇ ਨਾਂ ਤੇ ਸਾਨੂੰ ਬਹੁਤ ਜ਼ਿਆਦਾ ਭੁੱਬਲ ਭੂਸੇ ਪਾ ਛੱਡੇ ਆ, ਕੁਝ ਪਖੰਡੀ ਬਾਬਿਆਂ ਤੇ ਕੁਝ ਸਾਡੇ ਲੀਡਰ। ਆਓ ਯਾਦ ਰੱਖਿਓ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਰਬਾਰ ਸਾਹਿਬ ਦੀ ਬਿਲਡਿੰਗ ਬਣਦੀ ਹੈ ਤੇ ਉਹਦੇ 4 ਦਰਵਾਜ਼ੇ ਰੱਖਦੇ ਆ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ 4 ਦਰਵਾਜ਼ੇ ਨੇ। 4 ਦਰਵਾਜ਼ੇ ਰੱਖ ਕੇ ਇੱਕ ਆਵਾਜ਼ ਮਾਰ ਦਿੱਤੀ ਆ, ਹਿੰਦੂ ਆਓ, ਬੋਧੀ ਆਓ, ਜੈਨੀ ਆਓ, ਸਿੱਖ ਆਓ, ਈਸਾਈ ਆਓ, ਅਮੀਰ ਆਓ, ਗਰੀਬ ਆਓ, ਕੋਈ ਲੀਡਰ ਆਓ, ਕੋਈ ਆਓ, ਸਾਰੇ ਆ ਸਕਦੇ ਹੋ ਤੁਸੀਂ ਇੱਥੇ। ਸਾਰਿਆਂ ਨੂੰ ਮਾਣ ਪਿਆਰ ਸਤਿਕਾਰ ਇੱਕੋ ਜਿਹਾ ਮਿਲੂਗਾ, ਪਰ ਉਹਦੇ ਪਿੱਛੇ ਆਉਣ ਦਾ ਰਸਤਾ ਕੇਵਲ ਇੱਕ ਛੱਡਿਆ ਜਾਏ। ਆਉਣ ਦਾ ਰਸਤਾ ਗੁਰੂ ਦੀ ਹਜ਼ੂਰੀ ਦੇ ਵਿੱਚ ਕੇਵਲ ਤੇ ਕੇਵਲ ਇੱਕ ਹੈ, ਉਹ ਹੈਗਾ ਪਿਆਰ, ਸਰਧਾ, ਤੁਹਾਡੀ ਭਾਵਨਾ, ਤੁਹਾਡੇ ਵਿਚਾਰ, ਤੁਹਾਡਾ ਭਰੋਸਾ। ਜਿੱਦੇ ਗੁਰੂ ਤੇ ਭਰੋਸਾ ਰੱਖ ਕੇ ਅਸੀਂ ਗੁਰਦੁਆਰਾ ਸਾਹਿਬ ਆ ਗਏ, ਉਹਦੇ ਗੁਰੂ ਮੇਰਾ ਫਿਰ ਕਮੀਆਂ ਨਹੀਂ ਛੱਡਦਾ। ਫਿਰ ਕਹਿੰਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਆਂਦਾ ਤੂੰ 2-4 ਖੁਸ਼ੀਆਂ ਮੰਗਦਾ ਸਿੱਖਾ, ਇਥੋਂ ਦੁੱਧ ਪੁੱਤ ਮੰਗੀ ਜਾਂਦਾ, 2-4 ਖੁਸ਼ੀਆਂ, ਤੈਨੂੰ ਲੱਖਾਂ ਖੁਸ਼ੀਆਂ ਦੇ ਦੇਵਾਂ, ਪਰ ਜੇ ਤੂੰ ਗੁਰੂ ਦੀ ਨਜ਼ਰ ਦੇ ਵਿੱਚ, ਗੁਰੂ ਦੀ ਨਿਗਾਹ ਦੇ ਵਿੱਚ ਆ ਗਿਆ, ਜੇ ਤੂੰ ਗੁਰੂ ਦੇ ਪਿਆਰ ਦੇ ਵਿੱਚ ਆ ਗਿਆ ਨਾ, ਫਿਰ ਤੈਨੂੰ ਲੱਖਾਂ ਖੁਸ਼ੀਆਂ ਬਾਦਸ਼ਾਹੀਆਂ ਤੇਰੇ ਪੈਰ ਚੁੰਮਦੀਆਂ ਫਿਰਨਗੀਆਂ। ਇਤਿਹਾਸ ਆ ਪਿਛਲਾ ਆਪਣਾ। ਆਓ ਗੁਰਦੁਆਰਾ ਸਾਹਿਬ ਆਉਣਾ ਤੇ ਸਾਡੀ ਸਰਧਾ ਭਾਵਨਾ ਹੋਣੀ ਚਾਹੀਦੀ ਨਾ, ਮੈਂ ਵੱਡਾ ਲੀਡਰ ਹਾਂ, ਮੈਂ ਤੇ ਐਵੇਂ ਆਉਂਗਾ, ਮੈਂ ਬਹੁਤ ਵੱਡਾ ਬਾਬਾ। ਕਿ ਐਵੇਂ ਭੁਲੇਖਾ ਪੈ ਜਾਂਦਾ ਨਾ, ਮੇਰੇ ਚੇਲੇ ਬਹੁਤ ਜ਼ਿਆਦਾ ਆ, ਮੈਂ ਵੱਡਾ ਬਾਬਾ ਹਾਂ, ਮੈਂ ਤਾਂ ਚਾਦਰਾਂ ਵਿਛਾ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਜਾਊਂ, ਚਾਦਰ ਵਿਛਾ ਕੇ ਬੈਠੂ। ਮਤ ਸੋਚੋ, ਗੁਰੂਆਂ ਦਾ ਬੈਠੀ ਜਾ, ਮੈਨੂੰ ਕੀ ਫਰਕ ਹੈ, ਪਰ ਗੁਰੂ ਦੇ ਦਰ ਤੇ, ਗੁਰੂ ਦੀ ਹਜ਼ੂਰੀ 'ਚ ਗੁਰੂ ਦੇ ਪਿਆਰ ਨਾਲ ਆਉਂਗੇ ਤਾਂ ਗੁਰੂ ਸਾਡੇ ਵੱਲ ਕੋਈ ਕਮੀ ਨਹੀਂ ਛੱਡਦਾ। ਮੇਰਾ ਨਾ ਝੋਲੀਆਂ ਭਰ ਦਿੰਦਾ, ਸਾਨੂੰ ਸਿਖਾਇਆ ਜਾਂਦਾ ਆਹ ਹੋ ਗਿਆ ਪਾਪ ਲੱਗ ਜੂ, ਬਿਲਕੁਲ ਨਹੀਂ। ਸਾਡਾ ਗੁਰੂ ਕਿਸੇ ਨੂੰ ਪਾਪ ਨਹੀਂ ਦਿੰਦਾ। ਸਾਡਾ ਗੁਰੂ ਤੇ ਏਡਾ ਮਿਹਰਬਾਨ ਹੈ, ਏਡਾ ਦਇਆਵਾਨ ਹੈ, ਕਿਤੇ ਦਇਆ ਦੇ ਨਾਲ ਆ ਤਾਂ ਸਹੀ ਤੂੰ ਸਿੱਖ ਬਣ ਕੇ, ਕਿਤੇ ਗੁਰੂ ਦਾ ਪੁੱਤ ਬਣ ਕੇ ਤੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਵੇਖ, ਗੁਰੂ ਤੇ ਇੰਨੀਆਂ ਮਿਹਰਾਂ ਕਰ ਦੋ, ਇੰਨੀਆਂ ਰਹਿਮਤਾਂ ਕਰ ਦੋ, ਸਿੱਖਾਂ ਤੇ ਤੂੰ ਸੰਭਾਲੀਆਂ ਨਹੀਂ ਜਾਣੀਆਂ। ਤੇ ਉਹ ਗੁਰੂ ਨਾਨਕ ਦਾ ਉਹ ਦਰ ਹੈ, ਜਿਹੜੇ ਦਰ ਤੇ ਲੋਕ ਧੱਕੇ ਵੀ ਮਾਰਦੇ ਹੋਣ, ਲੋਕ ਵੇਖਣਾ ਪਸੰਦ ਨਾ ਕਰਦੇ ਹੋਣ, ਉਹ ਵੀ ਗੁਰੂ ਨਾਨਕ ਦੇ ਦਰ ਤੇ ਆ ਜੇ ਨਾ, ਤੇ ਉਹਨੂੰ ਵੀ ਮੇਰਾ ਪਾਤਸ਼ਾਹ ਛਾਤੀ ਦੇ ਨਾਲ ਲਾਉਂਦਾ ਹੈ। ਆਓ ਲਾਹੌਰ ਦੇ ਕੋਲ ਆ ਪਿੰਡ ਖਾਈ, ਖਾਈ ਦੇ ਵਿੱਚ ਅਮੀਰ ਆ, ਬਹੁਤ ਅਮੀਰ ਬੰਦਾ ਜਿਹੜਾ ਰਹਿੰਦਾ ਨਾ, ਉਹਦੇ ਥਮਾ ਪਾ ਕੇ ਇੱਕ ਪੁੱਤਰ ਪੈਦਾ ਹੁੰਦਾ, ਤੇ ਪੁੱਤਰ ਦੀ ਉਮਰ 10 ਸਾਲ ਦੀ ਹੋ ਜਾਂਦੀ, ਉਹਦਾ ਨਾਂ ਰੱਖਦੇ ਪ੍ਰੇਮਾ। ਮਾਤਾ ਤੇ ਪਿਤਾ ਚੜ੍ਹਾਈ ਕਰ ਜਾਂਦੇ ਤੇ ਪ੍ਰੇਮੇ ਨੂੰ ਨਸ਼ੇ ਦੀ ਲੱਤ ਲੱਗ ਜਾਂਦੀ, ਨਸ਼ੇ 'ਚ ਵੜ ਜਾਂਦਾ। ਜਿਹਨੇ ਕਮਾਈ ਕੀਤੀ ਨੂੰ ਪੈਸਾ ਵਰਤਣ ਦਾ ਕੋਈ ਪਤਾ ਨਹੀਂ।
ਜਦੋਂ ਕਮਾਈ ਕਰਦੇ ਹੋਵੇ ਫਿਰ ਪਤਾ ਲੱਗਦਾ ਪੈਸਾ ਹੈ ਕੀ ਆ, ਕਮਾਈ ਵਾਲੇ ਬੰਦੇ ਨੂੰ। ਨਸ਼ੇ ਦੀ ਲੱਤ ਲੱਗ ਗਈ, ਨਸ਼ੇ ਤੇ ਲੱਗ ਗਿਆ, ਕੁਝ ਹੋਰ ਲੋਕ ਆਉਂਦੇ, ਕੁਝ ਆਪ ਨਸ਼ੇ ਦੇ ਵਿੱਚ ਪੈਸਾ ਬਹੁਤ ਉਜਾੜਦਾ ਹੈ, ਪੈਸਾ ਬਰਬਾਦ ਕਰ ਦਿੰਦਾ, ਕੰਗਾਲ ਹੋ ਜਾਂਦਾ, ਗਰੀਬ ਹੋ ਜਾਂਦਾ ਤੇ ਉਹਨੂੰ ਕੋਹੜ ਹੋ ਜਾਂਦਾ ਹੈ। ਜਦੋਂ ਪ੍ਰੇਮੀ ਨੂੰ ਕੋਹੜ ਹੁੰਦਾ ਤੇ ਪਿੰਡ ਦੇ ਲੋਕ ਰੋੜੇ ਮਾਰ ਕੇ ਉਹਨੂੰ ਪਿੰਡੋਂ ਬਾਹਰ ਕੱਢ ਦਿੰਦੇ, ਤੂੰ ਪਿੰਡ 'ਚ ਨਹੀਂ ਰਹਿ ਸਕਦਾ, ਕੋਹੜ ਦਾ ਇਲਾਜ ਨਹੀਂ ਕੋਈ। ਜਿਹਨੂੰ ਲੋਕ ਅਮੀਰ ਨੂੰ ਸਜਦਾ ਕਰਦੇ ਸੀ ਨਾ, ਅੱਜ ਉਹਨੂੰ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਆ। ਪ੍ਰੇਮਾ ਦੂਰ ਗਿਆ, ਝਾੜੀਆਂ ਦੇ ਵਿੱਚ ਰਹਿੰਦਾ, ਕਿਤੇ ਕਿਤੇ ਪਿੰਡ ਨੂੰ ਆਉਂਦਾ ਤੇ ਜਿਹੜੇ ਲੋਕ ਹੁੰਦੇ ਨੇ ਸਰਦਾ ਵਾਲੇ, ਕੋਈ ਪਿਆਰ ਵਾਲੇ ਲੋਕ ਹੁੰਦੇ ਨੇ, ਜਿਹੜੇ ਦਇਆ ਕਰਦੇ ਆ, ਜਿਹੜੇ ਗਰੀਬਾਂ ਦੀ ਹਮਦਰਦੀ ਰੱਖਦੇ ਆ, ਉਹ ਦੂਰ ਸਾਰੇ ਉਹਦਾ ਖਾਣ ਪੀਣ ਰੱਖ ਦਿੰਦੇ ਆ। ਉਹ ਪਿਆ ਪ੍ਰੇਮਾ ਚੱਕ ਲਾ ਤੇ ਚਲਾ ਜਾ। ਪ੍ਰੇਮਾ ਬੜਾ ਦੁਖੀ ਆ। ਪਿੰਡਾ ਜਿਹੜਾ ਹੁਣ ਪਾਕ ਦੇ ਨਾਲ ਬੁਰਾ ਹਾਲ ਹੋਇਆ ਪਿਆ, ਥਾਂ ਥਾਂ ਤੋਂ ਪਾਟਿਆ ਪਿਆ ਪਿੰਡਾ, ਝਾੜੀਆਂ ਦੇ ਵਿੱਚ ਬੈਠਾ ਹੈ। ਕਹਿਣ ਲੱਗੇ ਕੋਈ ਸਿੱਖ ਗਿਆ, ਸਿੱਖ ਨੂੰ ਕਹਿਣ ਲੱਗਾ ਪ੍ਰੇਮਿਆ ਕੀ ਹਾਲ ਆ? ਹਾਲ ਆਂਦਾ ਜੇ ਤੇਰੇ ਕੋਲੇ ਜ਼ਹਿਰ ਹੈਗੀ ਤਾਂ ਦੇ ਦੇ, ਮੈਂ ਮਰ ਜਾਵਾਂ। ਕਹਿੰਦਾ ਪ੍ਰੇਮਿਆ ਮਰਨ ਦੀ ਕੀ ਲੋੜ ਹੈ? ਕਹਿੰਦਾ ਮੈਂ ਦੁਖੀ ਇੰਨਾ ਜ਼ਿਆਦੇ ਆ ਤੇਰੇ ਸਾਹਮਣੇ ਮੇਰਾ ਸਰੀਰ ਪਾਟਿਆ ਪਿਆ, ਲੋਕ ਮੈਨੂੰ ਰੋੜੇ ਮਾਰਦੇ ਆ, ਗਾਲਾਂ ਕੱਢਦੇ ਆ, ਪਿੰਡ 'ਚ ਮੈਨੂੰ ਨਹੀਂ ਵੜਨ ਦਿੰਦੇ, ਮੈਂ ਕੀ ਕਰਾਂ? ਉਹ ਕਹਿਣ ਲੱਗਾ ਇਹੋ ਜਿਹਾ ਦਰ ਇੱਕ ਦੁਨੀਆ ਦੇ ਉੱਤੇ ਆ, ਉਹ ਤੇਰੇ ਵਰਗਿਆਂ ਨੂੰ ਜਿੱਥੋਂ ਪਿਆਰ ਮਾਣ ਸਤਿਕਾਰ ਮਿਲਦਾ ਹੈ, ਇਹ ਜਿਹਾ ਦਰ। ਅੱਛਾ ਇਹੋ ਜਿਹਾ ਦਰ? ਆਂਦਾ ਫਿਰ ਦੱਸ ਦੇ, ਸ਼ਾਇਦ ਮੇਰੀ ਜਾਨ ਬਚ ਜਾਂਦਾ। ਮਰਨ ਦੀ ਲੋੜ ਨਹੀਂ, ਗੁਰੂ ਨਾਨਕ ਦੇ ਦਰ ਹੁੰਦਿਆਂ, ਗੁਰੂ ਨਾਨਕ ਦੇ ਹੁੰਦਿਆਂ ਆਂਦਾ ਸੋਚਣ ਦੀ ਵੀ ਨਹੀਂ ਲੋੜ ਵੀ ਤੂੰ ਦੁਖੀ ਆ। ਆਂਦਾ ਫੇਰ ਆਂਦਾ ਤੀਜੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਗੋਂਦਵਾਲ ਸਾਹਿਬ ਦੀ ਧਰਤੀ ਤੇ, ਗੋਂਦਵਾਲ ਸਾਹਿਬ ਦੀ ਧਰਤੀ ਤੇ ਸੇਵਾ ਕਰਾ ਰਹੇ ਨੇ, ਬੌੜੀ ਸਾਹਿਬ ਦੀ। ਤੁਰਿਆ ਲਾਹੌਰ ਤੋਂ, ਤੁਰਦਾ ਤੁਰਦਾ ਵਿਚਾਰਾ ਗੋਂਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ। ਧਰਤੀ ਤੇ ਪਹੁੰਚ ਕੇ ਪੁੱਛਿਆ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ। ਕੋਈ ਨਫ਼ਰਤ ਨਹੀਂ ਕਰ ਰਿਹਾ ਸਿੱਖ, ਉਹ ਸਾਹਮਣੇ ਬੈਠੇ ਨੇ ਪਾਤਸ਼ਾਹ ਮੇਰੇ ਤਖਤ ਤੇ। ਹੁਣ ਪ੍ਰੇਮਾ ਹੌਲੀ ਹੌਲੀ ਡਰਦਾ 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 ਤੁਰਿਆ ਜਾਂਦਾ ਵੀ ਮੈਨੂੰ ਜਿਵੇਂ ਪਿੰਡ ਰੋੜੇ ਮਾਰਦੇ, ਕਿਤੇ ਇੱਥੋਂ ਨਾ ਮੋੜ ਦੇਣ। ਜਦੋਂ ਕੋਲੇ ਗਿਆ, ਦੋਵੇਂ ਹੱਥ ਜੋੜੇ, ਜੋੜ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਆਪਣਾ ਸਿਰ ਰੱਖਿਆ ਤੇ ਦੱਸਣ ਲੱਗ ਪਿਆ ਮੈਂ ਬੜਾ ਦੁਖੀ ਆ, ਮੈਂ ਬੇਸਹਾਰਾ, ਮੇਰਾ ਕੋਈ ਵੀ ਨਹੀਂ, ਲੋਕ ਰੋੜੇ ਮਾਰਦੇ ਆ, ਫਟਕਾਰਾਂ ਪਾਉਂਦੇ ਆ, ਲੋਕ ਗਾਲਾਂ ਕੱਢਦੇ, ਪਿੰਡ 'ਚ ਨਹੀਂ ਵੜਨ ਦਿੰਦੇ। ਪਾਤਸ਼ਾਹ ਮੈਂ ਤਾਂ ਬਹੁਤ ਬਹੁਤ ਦਿਨ ਭੁੱਖਾ ਵੀ ਰਹਿਣਾ। ਗੁਰੂ ਸਾਹਿਬ ਨੇ ਜਦੋਂ ਸਾਰੀ ਗੱਲ ਸੁਣੀ, ਦੋਹਾਂ ਬਾਹਾਂ ਤੋਂ ਫੜਿਆ ਤੇ ਛਾਤੀ ਦੇ ਨਾਲ ਲਾਇਆ। ਕਹਿਣ ਲੱਗੇ ਪ੍ਰੇਮਿਆ ਤੂੰ ਗੁਰੂ ਨਾਨਕ ਦੇ ਦਰ ਤੇ ਆ ਗਿਆ, ਇੱਥੇ ਤੈਨੂੰ ਫਟਕਾਰਾਂ ਨਹੀਂ ਪੈਣੀਆਂ, ਤੇਰਾ ਸਤਿਕਾਰ ਹੋਊਗਾ। ਮੇਰਾ ਪਾਤਸ਼ਾਹ ਛਾਤੀ ਦੇ ਨਾਲ ਲਾਉਂਦਾ ਜੀ। ਪ੍ਰੇਮੇ ਦਾ ਵਿਆਹ ਕੀਤਾ ਤੇ ਸਹੁਰੇ ਪੁੱਛਦੇ ਆ, ਜਿਹੜੇ ਪ੍ਰੇਮੇ ਨੂੰ ਕੋਹੜ ਹੋਇਆ ਆਪ ਨਵਾਉਣਾ, ਨਵਾ ਕੇ ਉਹਦੇ ਮਲ ਮਲਾਉਣੀ। ਹੌਲੀ ਹੌਲੀ ਪ੍ਰੇਮਾ ਠੀਕ ਹੋ ਗਿਆ, ਉਹਨੂੰ ਪੜਾਇਆ। ਪੜਾਉਣ ਤੋਂ ਬਾਅਦ ਜਦੋਂ ਸਹੁਰਿਆਂ ਨੇ ਪੁੱਛਿਆ ਤਾਂ ਗੋਦ ਕੀ ਹੈ, ਇਹਦੀ ਜਾਤ ਕੀ ਹੈ, ਕਿੱਥੋਂ ਦਾ ਹੈ? ਕਹਿਣ ਲੱਗੇ ਮੋਹਨ ਮੋਰੀ ਤੇ ਤੀਜਾ ਮੇਰਾ ਪੁੱਤ ਪ੍ਰੇਮਾ ਹੈ। ਇੱਕ ਦੁਨੀਆ ਦੇ ਅੰਦਰ ਇਤਿਹਾਸ ਪੜ੍ਹ ਲਿਓ, ਗੁਰੂ ਨਾਨਕ ਹੀ ਆ ਜਿਹੜਾ ਸਾਨੂੰ ਆਪਣੇ ਪੁੱਤ ਬਣਾਉਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆ ਦੁਨੀਆ ਦੇ ਅੰਦਰ ਜਿਹੜੇ ਸਾਨੂੰ ਪੁੱਤ ਬਣਾਉਂਦੇ ਆ। ਸਮਾਂ ਬੀਤਦਾ, ਔਰੰਗਜ਼ੇਬ ਐਲਾਨ ਕਰ ਦਿੰਦਾ ਆਂਦਾ ਇੱਥੇ ਕੇਵਲ ਤੇ ਕੇਵਲ ਮੁਸਲਮਾਨ ਰਹਿ ਸਕਦੇ ਆ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਜ਼ੁਲਮ ਨੂੰ ਮਿਟਾਉਣ ਵਾਸਤੇ 23 ਪੋਹ 22 ਦਸੰਬਰ 1666 ਨੂੰ ਪਟਨਾ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ। ਉਹ ਸਮਾਂ ਸੀ ਜਦੋਂ ਪਖੰਡ ਵਧਿਆ ਤੇ ਧਰਤੀ ਪੁਕਾਰਾਂ ਕਰਦੀ ਹੈ, ਕਹਿੰਦੀ ਇਸ ਪਖੰਡ ਨੂੰ ਇਹਨਾਂ ਪਾਪੀ ਲੋਕਾਂ ਦਾ ਸਭ ਤੋਂ ਵੱਡਾ ਕਿਰਤ ਘਣ ਬੰਦਾ ਜਿਹੜਾ ਧਰਮ ਦੇ ਨਾਂ ਤੇ ਠੱਗਦਾ ਹੈ। ਇਹ ਕਿਰਤ ਘਣਾ ਦਾ ਭਾਰ ਮੇਥੋਂ ਨਹੀਂ ਝੱਲਿਆ ਜਾਂਦਾ। ਫਿਰ 15 ਅਪ੍ਰੈਲ 20 ਵਿਸਾਖ 1669 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਧਾਰਿਆ ਤੇ ਵੱਡੇ ਵੱਡੇ ਪਖੰਡੀਆਂ ਨੂੰ ਰਾਹ ਪਾ ਛੱਡਿਆ। ਜੇ ਜਗਨਨਾਥਪੁਰੀ ਤੇ ਮੰਦਿਰ ਦੇ ਵਿੱਚ ਪਖੰਡ ਕਰਦੇ, ਮੇਰਾ ਦਤਾਰ ਉੱਥੇ ਜਾ ਕੇ ਰੁਕਦਾ ਹੈ। ਇਹ ਪਖੰਡ ਆਰਤੀ ਦਾ ਉਹ ਅੱਜ ਅਸੀਂ ਗੁਰਦੁਆਰਿਆਂ 'ਚ ਵੀ ਸ਼ੁਰੂ ਕਰਤਾ, ਵੈਸੇ ਤਾਂ ਬਹੁਤਾਂ 'ਚ ਹੋ ਗਿਆ, ਪਰ ਗੁਰੂ ਨਾਨਕ ਸਾਹਿਬ ਨੇ ਉਹਨੂੰ ਰੋਕਿਆ, ਕਹਿੰਦੇ ਨਹੀਂ ਇਹ ਨਹੀਂ ਕਰਨਾ। ਜੇ ਸੱਜਣ ਠੱਗ ਧਰਮ ਦੇ ਨਾਂ ਦੇ ਲੋਕਾਂ ਨੂੰ ਲਿਜਾ ਕੇ ਕਤਲ ਕਰਕੇ ਉਹਨਾਂ ਨੂੰ ਲੁੱਟਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹਦੀ ਕਤਲਗਾਹ ਦੇ ਵਿੱਚ ਜਾ ਕੇ ਉਹਦੇ ਉੱਥੇ ਸੱਜਣ ਠੱਗ ਬਣਾਉਂਦੇ, ਸਿੱਧੇ ਰਸਤੇ ਪਾਉਂਦੇ ਆ।
ਤੇ ਅੱਜ ਹੁਣ ਜ਼ੁਲਮ ਦੀ ਹਨੇਰੀ ਝੱਲੀ ਹੋਈ ਹੈ ਤੇ ਅੱਜ ਜ਼ੁਲਮ ਨੂੰ ਰੋਕਣ ਵਾਸਤੇ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰ ਕੌਰ ਦੀ ਕੁੱਖ ਤੋਂ ਅਵਤਾਰ ਧਾਰਿਆ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਨਾਮ ਰੱਖਿਆ ਬਾਲ ਗੋਬਿੰਦ ਰਾਏ। ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਚਾਰ ਦੀ ਫੇਰੀ ਤੋਂ ਆਉਂਦੇ ਆਣ ਕੇ ਦਰਸ਼ਨ ਦਿੰਦੇ ਆ ਸੰਗਤਾਂ ਨੂੰ। ਦਰਸ਼ਨ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਆ। ਹੁਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਾਖੋਵਾਲ ਪਿੰਡ ਤੋਂ ਜ਼ਮੀਨ ਲੈ ਕੇ ਤੁਹਾਡੇ ਦੇ ਨੇੜੇ ਆ, ਜ਼ਮੀਨ ਲੈ ਕੇ ਨਾਂ ਰੱਖਿਆ ਜਾਂਦਾ ਚੱਕ ਨਾਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਲ ਗੋਬਿੰਦ ਰਾਏ ਨੂੰ ਤੇ ਆਪਣੇ ਪਰਿਵਾਰ ਨੂੰ ਜਦੋਂ ਆਨੰਦਪੁਰ ਸਾਹਿਬ ਬੁਲਾਉਂਦੇ ਆ ਤੇ ਥੋੜਾ ਸਮਾਂ ਬੀਤਦਾ ਹੈ, ਹਾਹਾਕਾਰ ਮਚ ਜਾਂਦੀ ਹੈ। ਔਰੰਗਜ਼ੇਬ ਦਾ ਐਲਾਨ ਆ ਕਿ ਕੋਈ ਵੀ ਦੂਜੇ ਧਰਮ ਵਾਲਾ ਮੈਂ ਛੱਡਣਾ ਨਹੀਂ, ਮੰਦਰ ਢਾ ਦਿਓ, ਸਵਾਲੇ ਢਾ ਦਿਓ, ਜੋ ਹੈਗਾ ਢਾ ਦਿਓ, ਕੇਵਲ ਤੇ ਕੇਵਲ ਮੁਸਲਮਾਨ ਧਰਮ ਰਹਿਣਾ ਚਾਹੀਦਾ ਹੈ। ਬੜੀ ਬਾਕਮਾਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਬੇਸ਼ੱਕ ਇਹਨਾਂ ਦੀਆਂ ਪੱਗਾਂ ਲਾਉਣ ਦਾ ਮਸਲਿਆ ਤੇ ਮੈਂ ਇਹਨਾਂ ਦੇ ਸਿਰਾਂ ਤੇ ਦਸਤਾਰਾਂ ਸਜਾ ਕੇ ਜਾਣਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਆਏ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਐਲਾਨ ਹੁੰਦਾ ਹੈ, ਆਉਂਦਾ ਹੈ ਤੂੰ ਰਹਿਣ ਨਹੀਂ ਦਿੰਦਾ ਕੋਈ। ਤੇ ਇੱਕ ਦਿਨ ਪੰਡਤ ਬੈਠੇ ਨੇ ਸਲਾਹ ਕਰਦੇ ਆ, ਕਹਿੰਦੇ ਦੁਨੀਆ ਦੇ ਉੱਤੇ ਇੱਕ ਇਹੋ ਹੀ ਦਰ ਹੈ, ਇੱਕ ਐਸਾ ਦਰ ਹੈ ਜਿੱਥੇ ਆਪਣੇ ਵਰਗੇ ਬੇਸਹਾਰਿਆਂ ਦੀ, ਗਰੀਬਾਂ ਦੀ, ਜਿਹਦੀ ਕੋਈ ਨਹੀਂ ਬਾਹ ਫੜਦਾ, ਉਹਦੀ ਗੁਰੂ ਨਾਨਕ ਦਾ ਘਰ ਬਾਹ ਫੜਦਾ। ਹੋਵੇ ਨਾ ਤਾਂ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲਦੇ ਆ। ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਵਾਨ ਸਜਿਆ ਤੇ ਬੈਠੇ ਆ ਕੇ ਨਮਸਕਾਰ ਕੀਤੀ, ਅੱਖਾਂ ਭਿੱਜੀਆਂ, ਬੁੱਲ ਕੰਬਦੇ ਆ। ਸੱਚੇ ਪਾਤਸ਼ਾਹ ਅਸੀਂ ਤਾਂ ਆਸਰਾ ਤੱਕ ਕੇ ਆਏ ਆ, ਅਸੀਂ ਤਾਂ ਵੱਡੀ ਆਸ ਲੈ ਕੇ ਆਏ ਆ, ਸਾਡਾ ਕੋਈ ਨਹੀਂ, ਕੋਈ ਦੁਨੀਆ ਦੇ ਅੰਦਰ ਸਾਡਾ ਨਹੀਂ ਰਿਹਾ, ਕੇਵਲ ਤੁਸੀਂ ਹੋ। ਜਿੱਤੇ ਅਸੀਂ ਆ ਗਏ ਨਾ ਵੀ ਕੇਵਲ ਤੁਸੀਂ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤੇਰੇ ਤੋਂ ਬਿਨਾ ਦੂਜਾ ਤਾਂ ਹੈ ਹੀ ਨਹੀਂ ਕੋਈ। ਉਹਦੇ ਵੇਖੋ ਜ਼ਿੰਦਗੀ ਦਾ ਮਨ। ਆਓ ਸੱਚੇ ਪਾਤਸ਼ਾਹ ਸਾਡਾ ਕੋਈ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਦਰਦ ਨੂੰ, ਉਹਨਾਂ ਦੇ ਦੁੱਖ ਨੂੰ ਸੁਣ ਰਹੇ ਆ। ਬਾਲ ਗੋਬਿੰਦ ਰਾਏ ਗੋਦ 'ਚ ਬੈਠੇ ਤੇ ਕੌਣ ਨੇ, ਕਿੱਥੋਂ ਆਏ ਆ? ਇਹ ਦੁਖੀ ਲੋਕ ਕਸ਼ਮੀਰ ਤੋਂ ਚੱਲ ਕੇ ਆਏ ਆ। ਕਸ਼ਮੀਰ ਦੇ ਵਿੱਚ ਅਤਿਆਚਾਰ ਸਭ ਤੋਂ ਵੱਧ ਕੀਤਾ ਔਰੰਗਜ਼ੇਬ ਨੇ। ਉਹ ਲੋਕ ਆ ਜਿਨ੍ਹਾਂ ਨੂੰ ਮਾਰਿਆ ਜਾ ਰਿਹਾ, ਜਿਨ੍ਹਾਂ ਦੀਆਂ ਔਰਤਾਂ ਨਾਲ ਬਲਾਤਕਾਰ ਧੱਕੇ ਦੇ ਨਾਲ ਕੀਤੇ ਜਾ ਰਹੇ। ਇਹ ਉਹ ਲੋਕ ਆ ਜਿਨ੍ਹਾਂ ਦੇ ਧੱਕੇ ਨਾਲ ਜਨੇਊ ਲਾਏ ਜਾਂਦੇ ਆ। ਇਹ ਲੋਕ ਆ ਜਿਨ੍ਹਾਂ ਦਾ ਧਰਮ ਮਿਟਾਇਆ ਜਾ ਰਿਹਾ। ਤੇ ਬਾਲ ਗੋਬਿੰਦ ਰਾਏ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਫੇਰ ਆਂਦੇ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਮਹਾਨ ਸੂਰਮੇ ਨੂੰ, ਕਿਸੇ ਯੋਧੇ ਨੂੰ ਕੁਰਬਾਨੀ ਦੇਣੀ ਪੈਣੀ ਆ, ਪ੍ਰਾਣ ਨਿਛਾਵਰ ਕਰਨੇ ਪੈਣੇ ਆ। ਤੇ ਬਾਲ ਗੋਬਿੰਦ ਰਾਏ ਕਹਿਣ ਲੱਗੇ ਗੁਰੂ ਪਿਤਾ ਜੀ ਤੁਹਾਡੇ ਤੋਂ ਵੱਡਾ ਸੂਰਮਾ ਕੌਣ ਆ, ਤੁਹਾਡੇ ਤੋਂ ਵੱਡਾ ਯੋਧਾ ਕੌਣ ਆ, ਤੁਸੀਂ ਕੁਰਬਾਨੀ ਕਰੋ। ਧੰਨ ਕਲਗੀਧਰ ਪਾਤਸ਼ਾਹ ਲਿਖ ਕੇ ਦੇ ਦਿੱਤਾ, ਜਾ ਕੇ ਕਹਿ ਜਾ ਔਰੰਗਜ਼ੇਬ ਨੂੰ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣਾ ਲਵੋ ਤੇ ਫਿਰ ਅਸੀਂ ਆਪਣੇ ਆਪ ਬਣ ਜਾਵਾਂਗੇ। ਅੱਜ ਇਹ ਵੀ ਧੱਕੇ ਹੋਏ ਗੁਰੂ ਨਾਨਕ ਦੇ ਦਰ ਤੇ ਆਏ ਆ। ਆਓ ਹੁਣ ਔਰੰਗਜ਼ੇਬ ਜਿਹੜਾ ਬੜਾ ਹੀ ਕਿਰਤਕਣ ਬੰਦਾ ਹੈ, ਔਰੰਗਜ਼ੇਬ ਨੇ ਕੀ ਕੀਤਾ, 500 ਪਠਾਨ ਕੱਢੇ ਆ। 500 ਪਠਾਨ ਕੱਢ ਕੇ 5 ਜਰਨੈਲਾਂ ਦੀ ਫੌਜ ਆ, 100 ਨਾਲ ਆ ਉਹਨਾਂ ਦੇ, ਹਯਾਤ ਖਾਂ, ਕਾਲੇ ਖਾਂ, ਉਮਰ ਖਾਂ, ਇਹਨਾਂ ਨੂੰ ਕੱਢ ਦਿੱਤਾ ਤੇ ਐਲਾਨ ਵੀ ਕੀਤਾ ਹੈ, ਆਂਦਾ ਇਹਨਾਂ ਨੂੰ ਜਿਹੜਾ ਰੱਖੂਗਾ ਉਹਨਾਂ ਦਾ ਪਰਿਵਾਰ ਮਾਰ ਦੂੰ, ਉਹਨਾਂ ਦਾ ਘਰ ਘਾਟ ਉਜਾੜ ਦੂੰ, ਖੁਜਾ ਖੋਜ ਵਟਾ ਦੂੰ, ਨਾਮੋ ਨਿਸ਼ਾਨ ਨਹੀਂ ਰਹਿਣ ਦੇਣਾ ਜਿਹੜਾ ਇਹਨਾਂ ਦੀ ਮਦਦ ਕਰੂਗਾ, ਜਿਹੜਾ ਇਹਨਾਂ ਨੂੰ ਪਨਾਹ ਦੇਊਗਾ। ਇਹ ਵਿਚਾਰੇ ਤੁਰਦੇ ਘੁੰਮਦੇ ਫਿਰਦੇ ਆ, ਆਉਂਦਾ ਇਹਨਾਂ ਨੂੰ ਹੋਰ ਕੱਖ ਨਹੀਂ, ਲੜਨ ਤੋਂ ਬਿਨਾਂ ਪਰਿਵਾਰ ਭੁੱਖਾ ਮਰਦਾ, ਜਵਾਕ ਨੂੰ ਭੁੱਖੇ ਮਰਦੇ, ਕੋਈ ਨੇੜੇ ਜੇ ਲੱਗਣ ਤੋਂ ਲੱਗਣਾ। ਜਿਹਦੇ ਕੋਲੇ ਜਾਂਦੇ ਆਸਰਾ ਮੰਗਦੇ ਜਾਂ ਉਹ ਤੋਂ ਮਦਦ ਮੰਗਦੇ, ਮੇਰੇ ਬੱਚੇ ਭੁੱਖੇ ਆ, ਸਾਡਾ ਮਾਂ ਪਿਓ ਬੁੱਢਾ ਵਿਚਾਰਾ ਦਵਾਲ ਲੋ ਬੈਠਾ, ਨਾ ਅਸੀਂ ਪਰਿਵਾਰ ਬਣਾਉਣਾ ਹੁੰਦਾ, ਅਗਲੇ ਘਰ ਹੋ ਵਿਚਾਰੇ ਤੁਰੇ ਫਿਰਦੇ, ਕੋਈ ਨਹੀਂ ਪੁੱਛਦਾ। ਸੰਢੋਰੇ ਪਿੰਡ ਪਹੁੰਚਦੇ ਆ,
ਜਿੱਥੇ ਪੀਰ ਬੁੱਧੂ ਸ਼ਾਹ ਜੀ ਰਹਿੰਦੇ ਆ। ਪੀਰ ਬੁੱਧੂ ਸ਼ਾਹ ਮੁਸਲਮਾਨ ਧਰਮ ਦੇ ਪ੍ਰਪੱਕ ਨੇ, ਬੰਦਗੀ ਵਾਲੇ, ਸਿਮਰਨ ਵਾਲੇ ਨੇ, ਪਰ ਆਪਣੇ ਸਿਧਾਂਤ ਆਪਣੇ ਧਰਮ 'ਚ ਪੱਕੇ ਆ। ਜਾ ਬੇਨਤੀ ਕੀਤੀ, ਕਹਿਣ ਲੱਗੇ ਗੁਰੂ ਜੀ, ਪੀਰ ਜੀ ਅਸੀਂ ਬੇਸਹਾਰਾ ਲੋਕ ਹਾਂ, ਅਸੀਂ ਗਰੀਬ ਹਾਂ, ਸਾਨੂੰ ਔਰੰਗਜ਼ੇਬ ਨੇ ਕੱਢ ਦਿੱਤਾ ਤੇ ਨਾਲ ਹੀ ਐਲਾਨ ਕੀਤਾ ਵੀ ਜਿਹੜਾ ਇਹਨਾਂ ਨੂੰ ਰੱਖੂਗਾ, ਜਿਹੜਾ ਇਹਨਾਂ ਨੂੰ ਪਨਾਹ ਦਊਗਾ, ਉਹਨਾਂ ਨੂੰ ਮਾਰ ਦੇਵਾਂਗੇ, ਉਹਨਾਂ ਦਾ ਪਰਿਵਾਰ ਮਾਰ ਦਿਆਂਗੇ, ਨਾਮੋ ਨਿਸ਼ਾਨ ਮਿਟਾ ਦਿਆਂਗੇ। ਤਾਂ ਪੀਰ ਬੜੇ ਧਰਮੀ ਬੰਦੇ ਕਹਿਣ ਲੱਗੇ, ਵੇਖੋ ਮੇਥੋਂ 500 ਬੰਦੇ ਦਾ ਖਰਚਾ ਨਹੀਂ ਝੱਲਿਆ ਜਾ ਸਕਦਾ ਤੇ ਨਾ ਮੈਂ ਕੋਈ ਪ੍ਰਬੰਧ ਕਰ ਸਕਦਾ। ਕੁਛ ਨਾ ਕੁਛ ਤੇ ਕਰੋ, ਅਸੀਂ ਤੁਹਾਡੇ ਦਰ ਤੇ ਆਏ, ਤੁਹਾਡੀ ਆਸ ਲੈ ਕੇ ਆਏ। ਹੁਣ ਕੀ ਜਵਾਬ ਆ? ਫਿਰ ਆ ਦੁਨੀਆ ਦੇ ਉੱਤੇ ਇੱਕੋ ਹੀ ਘਰ ਆ। ਅੱਛਾ, ਉਹ ਕਿਹੜਾ ਘਰ ਆ? ਆਂਦੇ ਗੁਰੂ ਨਾਨਕ ਦਾ ਘਰ। ਕਿੱਥੇ ਭਾਈ? ਆਨੰਦਪੁਰ ਸਾਹਿਬ ਦੀ ਧਰਤੀ ਤੇ 10ਵੇਂ ਨਾਨਕ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਿਆ ਨਾ ਗਿਆ ਗੁਰੂ ਗੋਬਿੰਦ ਸਿੰਘ, ਗੋਬਿੰਦ ਰਾਏ। ਹੁਣ ਬਾਲ ਗੋਬਿੰਦ ਰਾਏ ਗੁਰੂ ਬਣ ਕੇ ਜਦੋਂ ਬੈਠੇ ਤੇ ਫਿਰ ਆਸਰਾ ਤੱਕ ਲਿਆ, ਕਹਿਣ ਲੱਗੇ ਫਿਰ ਉੱਥੇ ਚੱਲਦੇ ਆ। ਆਨੰਦਪੁਰ ਸਾਹਿਬ ਦੀ ਧਰਤੀ ਨੂੰ ਆਏ, ਆਣ ਕੇ ਪੀਰ ਬੁੱਧੂ ਸ਼ਾਹ ਆ ਕੇ ਦੋਵੇਂ ਹੱਥ ਜੋੜੇ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਰਾਏ ਸਾਹਿਬ ਦੀਵਾਨ ਸਜਾ ਕੇ ਤੇ ਬਾਹ ਦੇ ਵਿੱਚ ਬੈਠੇ ਨੇ ਤਖਤ ਦੇ ਉੱਤੇ। ਹੁਣ ਤਖਤ ਦੇ ਉੱਤੇ, ਤਖਤ ਦੇ ਕੋਲ ਆਏ ਨੇ ਪੀਰ ਬੁੱਧੂ ਸ਼ਾਹ ਨੇ ਦੋਵੇਂ ਹੱਥ ਜੋੜ ਕੇ ਕਹਿ ਲਗਾ, ਸੱਚੇ ਪਾਤਸ਼ਾਹ ਬੇਸਹਾਰਾ ਨੇ, ਇਹਨਾਂ ਦਾ ਸਹਾਰਾ ਕੋਈ ਨਹੀਂ, ਆਪ ਜੀ ਦੇ ਦਰ ਤੇ ਆਸ ਲੈ ਕੇ ਆਇਆ, ਕਿਰਪਾ ਕਰਕੇ ਇਹਨਾਂ ਦਾ ਸਹਾਰਾ ਬਣ ਜਾਓ। ਜੇ ਕਹਿਣ ਲੱਗੇ ਜੇ ਕੋਈ ਨਹੀਂ ਸਾਡੇ ਤੋਂ ਬਿਨਾਂ ਤੇ ਤੁਹਾਨੂੰ ਅਸੀਂ ਇੱਥੇ ਰੱਖਦੇ ਹਾਂ, ਤੁਹਾਡੇ ਬੱਚਿਆਂ ਦੇ ਪਾਲਣ ਪੋਸ਼ਣ ਦਾ, ਤੁਹਾਡੇ ਖਰਚੇ ਦਾ, ਤੁਹਾਡੇ ਰਾਸ਼ਨ ਪਾਣੀ ਦਾ ਪ੍ਰਬੰਧ ਗੁਰੂ ਨਾਨਕ ਦਾ ਦਰ ਕਰਦਾ ਹੈ। ਬੜੇ ਖੁਸ਼ ਹੋਏ, ਕਲਗੀਧਰ ਪਾਤਸ਼ਾਹ ਦਾ ਧੰਨਵਾਦ ਕਰਦੇ ਹਾਂ। ਗੁਰਦੁਆਰਾ ਸਾਹਿਬ ਸਾਡੀ ਭਾਵਨਾ ਦਾ ਹੋਣਾ ਚਾਹੀਦਾ। ਇੱਕ ਆਪਾਂ ਗੱਲ ਸਿੱਖੀ, ਗੁਰਦੁਆਰਾ ਗੁਰੂ ਦਾ ਦਾਰਾ ਜਿਹੜਾ ਹੈ, ਜੇ ਸਾਡੇ ਤੇ ਜ਼ੁਲਮ ਹੁੰਦਾ ਹੈ, ਅਸੀਂ ਗਰੀਬ ਹਾਂ, ਅਸੀਂ ਬੇਸਹਾਰਾ ਹੋ ਗਏ ਤੇ ਇੱਥੇ ਆ ਜਾਓ, ਸਭ ਕੁਝ ਮਿਲ ਜਾਂਦਾ ਹੈ। ਤੇ ਕਲਗੀਧਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਾਂ ਨਿਸ਼ਾਨ ਸਾਹਿਬ ਚਲਾ ਦਿੱਤੇ। ਕਹਿਣ ਲੱਗਾ, ਜਿੱਥੇ ਪਤਾ ਲੱਗਦਾ ਵੀ ਕੋਈ ਮੇਰੇ ਤੇ ਕਸ਼ਟ ਆ ਗਿਆ, ਮੇਰੇ ਤੇ ਜ਼ੁਲਮ ਹੋ ਰਿਹਾ, ਮੈਂ ਬੇਸਹਾਰਾ ਹੋ ਗਿਆ, ਹੁਣ ਮੇਰੇ ਵੱਸ ਦੀ ਗੱਲ ਨਹੀਂ, ਵੀ ਮੈਨੂੰ ਲੁੱਟ ਲੈਣਗੇ, ਮੈਨੂੰ ਕੁੱਟ ਦੇਣਗੇ, ਮੈਨੂੰ ਮਾਰ ਦੇਣਗੇ, ਮੇਰਾ ਡੋਲਾ ਲੁੱਟ ਲੈਣਗੇ, ਮੈਨੂੰ ਖਾਣ ਪੀਣ ਦਾ ਪ੍ਰਬੰਧ ਨਹੀਂ, ਮੈਂ ਦਵਾਈ ਲੈਣ ਜੋਗਾ ਨਹੀਂ, ਮੈਂ ਬਿਮਾਰ ਹਾਂ ਤੇ ਦਵਾਈ ਲੈਣ ਜੋਗਾ ਨਹੀਂ, ਮੈਂ ਬਹੁਤ ਦੁਖੀ ਹਾਂ। ਫਿਰ ਕਿੱਥੇ ਜਾਓ? ਆਂਦਾ ਉਹ ਦੂਰੋਂ ਵੇਖ ਲਓ ਜਿਹੜੇ ਸਾਰਿਆਂ ਦਾ ਇਲਾਜ ਸਿੱਖ, ਵੀ ਗਰੀਬਾਂ ਦੀ ਬਾਹ ਫੜਨ ਵਾਲਾ, ਜ਼ੁਲਮਾਂ ਦੀ ਬਾਹ ਫੜਨ ਵਾਲਾ, ਅਤਿਆਚਾਰ ਨੂੰ ਰੋਕਣ ਵਾਲਾ ਤੇ ਜ਼ੁਲਮ ਨੂੰ ਠੱਲ ਪਾਉਣ ਵਾਲਾ, ਇਸ ਨਿਸ਼ਾਨ ਸਾਹਿਬ ਦੇ ਥੱਲੇ ਉਹ ਸਿੱਖ ਰਹਿੰਦੇ ਆ, ਦੂਰੋਂ ਪਤਾ ਲੱਗ ਜਾਂਦਾ। ਇਸ ਕਰਕੇ ਨਿਸ਼ਾਨ ਸਾਹਿਬ ਚਲਾਇਆ ਗਿਆ। ਦੁਨੀਆ ਦੇ ਅੰਦਰ ਇੱਕੋ ਹੀ ਡੇਰਾ, ਇੱਕੋ ਹੀ ਥਾਂ ਜਿੱਥੇ ਨਿਸ਼ਾਨ ਸਾਹਿਬ ਚਲਾ ਕੇ ਤੇ ਫਿਰ ਆਵਾਜ਼ਾਂ ਮਾਰਦਾ, ਜੇ ਤੂੰ ਦੁਖੀ ਹੈ, ਤੂੰ ਭੁੱਖਾ ਹੈ, ਆ ਜਾ ਫਿਰ ਗੁਰੂ ਨਾਨਕ ਦੇ ਦਰ ਤੇ, ਇੱਥੇ ਸਾਰੇ ਇਲਾਜ ਤੇਰੇ ਹੈਗੇ ਆ। ਇਹ ਗੁਰੂ ਨਾਨਕ ਦਾ ਦਰ ਹੈ। ਆਓ ਗੁਰੂ ਨਾਨਕ ਦੇ ਦਰ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਤੁਹਾਡਾ ਸਹਾਰਾ ਫਿਰ ਗੁਰੂ ਨਾਨਕ ਆ, ਬੇਫਿਕਰ ਹੋ ਜਾਓ, ਤੁਹਾਡੇ ਪਾਲਣ ਪੋਸ਼ਣ ਦਾ ਪ੍ਰਬੰਧ। ਤੇ ਔਰੰਗਜ਼ੇਬ ਨੂੰ ਵੀ ਕਹਿ ਦਿਓ ਅਸੀਂ ਮਦਦ ਇਹਨਾਂ ਗਰੀਬਾਂ ਦੀ ਕਰਨ ਵਾਸਤੇ ਹੈ। ਕਲਗੀਧਰ ਪਾਤਸ਼ਾਹ ਨੇ ਡਿਊਟੀ ਇਹ ਲਾਈ। ਸਮਾਂ ਬੀਤਦਾ ਹੈ ਤੇ ਜਦੋਂ ਸਾਡੇ ਤੇ ਦੁੱਖ ਹੁੰਦੇ ਆ ਨਾ, ਉਦੋਂ ਅਸੀਂ ਜ਼ਿਆਦਾਤਰ ਗੁਰਦੁਆਰਾ ਸਾਹਿਬ ਆਉਂਦੇ ਆ। ਜਿੱਥੇ ਸੁੱਖ ਹੁੰਦੇ ਆ ਉੱਥੇ ਦਾ 9 ਵਜੇ ਉੱਠ ਕੇ ਕਿਤੇ ਚਲ ਵੇਖੀ ਜਾਊਗੀ, ਤੇ ਜਦੋਂ ਦੁਖੀ ਆ ਫਿਰ ਨੰਗੇ ਪੈਰੀ ਮਾਗ ਪੂਜ ਵੀ ਤੁਰੇ ਆਉਨੇ ਆ। ਹੋ ਰਿਹਾ ਨਾ? ਜਦੋਂ ਲੋੜ ਆਓ, ਫਿਰ ਵਿਚਾਰੇ ਬੇਸਹਾਰੇ ਸੀ ਤੇ ਆ ਕੇ ਸਹਾਰਾ ਮਿਲ ਗਿਆ। ਸਮਾਂ ਆਪਣੀ ਚਾਲ ਚੱਲਦਾ ਹੈ। ਪੀਰ ਬੁੱਧੂ ਸ਼ਾਹ ਨੇ ਧੰਨਵਾਦ ਕੀਤਾ ਕਲਗੀਧਰ ਪਾਤਸ਼ਾਹ ਦਾ, ਕਹਿਣ ਲੱਗਾ, ਸੱਚੇ ਪਾਤਸ਼ਾਹ ਧੰਨਵਾਦ ਆ, ਮੈਂ ਜਿਹੜੀ ਆਸ ਰੱਖ ਕੇ ਆਇਆ ਸੀ, ਜਿਹੜੀ ਭਾਵਨਾ ਲੈ ਕੇ ਆਏ, ਆਪ ਜੀ ਨੇ ਪੂਰੀ ਕਰ ਦਿੱਤੀ ਆ, ਵਾਪਸ ਚਲਾ ਗਿਆ। ਇਸੇ ਇਲਾਕੇ ਦੇ ਉਹ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਵੱਡ ਵਡੇਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਾਦਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਛੁਡਾ ਕੇ ਆਜ਼ਾਦ ਕੀਤਾ ਸੀ। ਅੱਜ ਉਹਨਾਂ ਦੇ ਪੁੱਤ ਪੁੱਤਰੇ ਇੱਥੇ ਜਾਲੇ ਜਾਲੇ ਰਹਿੰਦੇ ਨੇ, ਪਹਾੜੀ ਦਾ। ਹੁਣ ਉਹਨਾਂ ਨੂੰ ਬੜਾ ਔਖਾ ਹੈ। ਔਰੰਗਜ਼ੇਬ ਦਾ
ਕੋਈ ਢੋਲਕੀ ਨਹੀਂ ਵਜਾ ਸਕਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਣਜੀਤ ਨਗਾਰਾ ਵਜਾਤਾ, ਰਣਜੀਤ ਨਗਾਰਾ ਬਣਾ ਲਿਆ। ਤੇ ਜਦੋਂ ਗੂੰਜ ਪੈਂਦੀ ਆ ਪਹਾੜੀ ਰਾਜੇ ਹਿੱਲ ਜਾਂਦੇ ਨੇ। ਜਦੋਂ ਭੀਮ ਚੰਦ ਇੱਕ ਦਿਨ ਆਇਆ, ਅੰਦਰ ਦਿਮਾਗ ਦੇ ਅੰਦਰ ਬੜਾ ਕੁਝ ਚੱਲਦਾ ਇਹਦੇ। ਜਿਹੜੇ ਅਮੀਰ ਲੋਕ ਹੁੰਦੇ ਨਾ, ਵੱਡੇ ਘਰਾਣੇ ਹੁੰਦੇ ਆ, ਉਹ ਕਿਸੇ ਨੂੰ ਜਰਦੇ ਨਹੀਂ। ਅੱਜ ਦਾ ਮਾਹੌਲ ਵੇਖ ਲਓ, ਜਿਹੜੇ ਸਾਡੇ ਦੋ ਵੱਡੇ ਘਰਾਣੇ ਆ, ਉਹਦੇ ਸਾਰਾ ਦੇਸ਼ ਅਸੀਂ ਖਰੀਦ ਲਈਏ, ਹੋ ਰਿਹਾ ਨਾ। ਇਸੇ ਕਰਕੇ ਉਹ ਠੰਡ ਦੇ ਵਿੱਚ ਦਿੱਲੀ ਦੇ ਕਿਸਾਨ ਬੈਠੇ ਆ, ਉਹ ਲੁੱਟਣਾ ਚਾਹੁੰਦੇ ਆ। ਅਸੀਂ ਆਪਣੇ ਹੱਕ ਦੇਣਾ ਨਹੀਂ ਚਾਹੁੰਦੇ। ਹੱਕ ਜੇ ਦੇਣਾ ਵੀ ਪਾਪ ਆ ਤੇ ਹੱਕ ਕਿਸੇ ਦਾ ਖੋਣਾ ਵੀ ਪਾਪ ਆ, ਦੋਨੇ ਪਾਪ ਆ। ਜ਼ੁਲਮ ਝੱਲਣਾ ਵੀ ਪਾਪ ਆ ਤੇ ਜ਼ੁਲਮ ਕਰਨਾ ਵੀ ਪਾਪ ਆ। ਤੇ ਕਿਸੇ ਤੇ ਜ਼ੁਲਮ ਹੁੰਦਾ ਵੇਖਣਾ ਉਹ ਵੀ ਪਾਪ ਆ ਜੇ ਉਹਦੀ ਮਦਦ ਨਹੀਂ ਕਰਨੀ। ਇਹ ਗੁਰੂ ਨਾਨਕ ਦਾ ਸਿਧਾਂਤ ਹੈ। ਹੁਣ ਸਮਾਂ ਬੀਤਦਾ ਤੇ ਜਿਹੜਾ ਭੀਮ ਚੰਦ ਹੈ, ਇੱਕ ਦਿਨ ਦਰਬਾਰ ਦੇ ਵਿੱਚ ਆਇਆ, ਬੜੀਆਂ ਚਾਲਾਂ ਚੱਲੀਆਂ ਤੇ ਆਂਦਾ ਮੈਂ ਸਿੱਖ ਬਣਨਾ ਚਾਹੁੰਦਾ। ਜਦੋਂ ਆ ਕੇ ਨਮਸਕਾਰ ਕੀਤੀ ਨਾ, ਕਲਗੀਧਰ ਪਾਤਸ਼ਾਹ ਨੂੰ ਵੇਖਿਆ, ਉੱਪਰ ਚਾਨਣੀ ਲੱਗੀ ਆ, ਹੈ ਅੱਖਾਂ ਟੱਡੀਆਂ, ਅੰਦਰੋਂ ਦੁਖੀ ਹੋ ਗਿਆ। ਅੱਗੇ ਵੇਖਿਆ ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਂਕੀ, ਇਹ ਤੇ ਇੱਕ ਰਾਜੇ ਕੋਲੇ ਚਾਹੀਦੀ ਆ। ਆਇਆ ਤੇ ਭਾਵਨਾ ਹੋਰ ਨਾਲਾ, ਪਰ ਅੰਦਰ ਈਰਖਾ ਆ ਗਈ ਆ, ਮੱਥੇ ਤੇ ਤਿਉੜੀਆਂ ਪੈ ਗਈਆਂ। ਮੈਂ ਬਾਦਸ਼ਾਹ, ਮੈਂ ਰਾਜਾ, ਇਹਦਾ ਚੀਜ਼ਾਂ ਮੇਰੇ ਕੋਲੇ ਚਾਹੀਦੀਆਂ। ਹੁਣ ਅੰਦਰੋਂ ਈਰਖਾ ਕਰਨ ਲੱਗ ਪਿਆ ਗੁਰੂ ਨਾਨਕ ਦੇ ਦਰ ਦੇ ਨਾਲ। ਸਮਾਂ ਬੀਤਦਾ ਗਿਆ ਤੇ ਇਹਨੇ ਉਹ 500 ਪਠਾਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਛੱਡ ਕੇ ਗਿਆ। ਉਹਨਾਂ ਦੇ ਵਿੱਚੋਂ 4 ਜਰਨੈਲ ਖਰੀਦ ਲਏ ਸਮੇਤ ਸਿਪਾਹੀਆਂ ਦੇ ਇੱਕ ਕਾਲੇ ਖਾਂ ਬਚਦਾ ਹੈ। 400 ਸਿਪਾਹੀ 4 ਜਰਨੈਲਾਂ ਦੇ ਸਮੇਤ 1000 ਖਾਂ ਉਹਨਾਂ ਨੂੰ ਖਰੀਦ ਲੈਂਦਾ। ਮੈਂ ਤੁਹਾਨੂੰ ਪੈਸੇ ਵੱਧ ਦੇਵਾਂਗਾ। ਤੇ ਕਾਲੇ ਖਾਂ ਕਹਿਣ ਲੱਗਾ, ਉਹ ਭਾਈ ਜਿੱਤੇ ਆਪਾਂ ਰੁਲਦੇ ਸੀ ਤੇ ਜਵਾਕ ਭੁੱਖੇ ਸੀ, ਆਪਾਂ ਤਰਲਾ ਪਾਇਆ ਸੀ ਗੁਰੂ ਸਾਹਿਬ ਦੇ ਅੱਗੇ ਆ ਕੇ, ਉਹਦੇ ਆਪਣੀ ਬਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੜੀ ਆ। ਤੇ ਅੱਜ ਤੁਸੀਂ ਲਾਲਚ ਵਿੱਚ ਆਣ ਕੇ ਛੱਡ ਚੱਲੇ, ਚੰਗੀ ਗੱਲ ਨਹੀਂ, ਨਤੀਜਾ ਭੁਗਤਣਾ ਪਵੇਗਾ। ਇਹਦੇ ਭੀਮ ਚੰਦ ਦਾ ਵਿਆਹ ਰੱਖਿਆ ਭਗਾਣੀ ਦਾ ਪਹਿਲਾ ਜੰਗ ਹੋਇਆ, ਜਦੋਂ 53 ਸਾਲ ਬਾਅਦ ਜੰਗ ਹੁੰਦਾ। ਕਲਗੀਧਰ ਪਾਤਸ਼ਾਹ ਹਰਗੋਬਿੰਦ ਸਿੰਘ ਮਹਾਰਾਜ ਦੇ ਜੰਗ ਤੋਂ ਬਾਅਦ 53 ਸਾਲ ਬਾਅਦ ਜੰਗ ਹੋਣ ਲੱਗਾ ਸਿੱਖ ਕੌਮ ਨਾਲ। ਹੰਕਾਰਿਆ ਹੋਇਆ ਬੜਾ ਭੀਮ ਚੰਦ, ਹੰਕਾਰ ਦੇ ਵਿੱਚ ਕਹਿੰਦਾ ਮੈਂ ਤਾਂ ਬਰਾਤ ਖੁਦ ਲੈ ਕੇ ਜਾਣੀ ਪਾਉਂਦਾ ਸਾਹਿਬ। ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਹ ਰੋਕ ਲਿਆ। ਤਾਂ ਹੰਕਾਰ ਦੇ ਨਾਲ ਤਾਂ ਨਹੀਂ ਜਾ ਸਕਦਾ, ਪਿਆਰ ਦੇ ਨਾਲ ਜੋ ਮਰਜ਼ੀ ਲੈ ਜਾ, ਹੰਕਾਰ ਨਾਲ ਨਹੀਂ ਜਾ ਸਕਦਾ। ਤੇ ਸੋਚਦਾ ਕੀ ਆ, ਮੈਂ ਡੇਰਾ ਢਾਹ ਕੇ ਤਬਾਹ ਕਰਕੇ ਲੰਘ ਜਾਂਦਾ। ਹੰਕਾਰ ਬੋਲਦਾ। ਫਿਰ ਜਦੋਂ ਵੇਖਿਆ ਕਿ ਸਾਡੀ ਬਰਾਤ ਲੰਘਣ ਨਹੀਂ ਦੇਣੀ, ਅਜਮੇਰ ਚੰਦ ਨੂੰ ਭੇਜ ਦਿੱਤਾ ਆਪਣੇ ਪੁੱਤਰ ਨੂੰ। ਤੇ ਕਲਗੀਧਰ ਪਾਤਸ਼ਾਹ ਨੇ ਘੇਰ ਲਿਆ, ਕਹਿੰਦੇ ਅਜਮੇਰ ਚੰਦ ਤੈਨੂੰ ਕੁਛ ਨਹੀਂ ਕਹਿੰਦੇ, ਪਰ ਜੇ ਤੇਰਾ ਪਿਓ ਹੰਕਾਰ ਦੇ ਨਾਲ ਲੰਘਦਾ ਤੇ ਰਾਹ ਰੋਕਣਾ ਸੀ ਤੇ ਉਹਨੂੰ ਸੁਨੇਹਾ ਵੀ ਦੇ ਦੀ। ਉਧਰੋਂ ਵਾਪਸ ਆਉਂਦੇ ਆ। ਜਦੋਂ ਵਾਪਸ ਆਉਂਦੇ ਨੇ ਜੰਗ ਛੇੜ ਲਈ ਆ। ਕਲਗੀਧਰ ਪਾਤਸ਼ਾਹ ਮਹਾਰਾਜ ਪਹਿਲੀ ਜੰਗ ਜਦੋਂ ਲੜਦੇ ਆ, ਉਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਦਾ ਕਿ ਜਿਨ੍ਹਾਂ ਦੀ ਮੈਂ ਜ਼ਿੰਮੇਵਾਰੀ ਚੱਕੀ ਸੀ, ਜਿਨ੍ਹਾਂ ਦੇ ਵਾਸਤੇ ਮੈਂ ਤਰਲਾ ਕੀਤਾ ਸੀ, ਬੇਨਤੀ ਕੀਤੀ, ਜੋਜਣੀ ਕੀਤੀ ਆ ਦਰ ਤੇ ਜਾ ਕੇ, ਅੱਜ ਉਹ ਧੋਖਾ ਦੇ ਕੇ ਭੱਜ ਗਏ ਨੇ। ਤੇ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਤੇ ਭਤੀਜਿਆਂ ਨੂੰ ਲੈ ਕੇ, 700 ਮਰੀਦਾਂ ਨੂੰ ਲੈ ਕੇ ਇਸ ਜੰਗ ਵੱਲ ਨੂੰ ਤੁਰਦਾ। ਨਾਲੇ ਤੇ ਜੰਗ ਦੇ ਵਿੱਚ ਕਿਰਪਾਨ ਖੜਕਾ ਰਿਹਾ, ਨਾਲੇ ਸਤਿਗੁਰੂ ਨੂੰ ਲੱਗੀਆਂ ਦੀ ਲਾਜ ਨਿਭਾਉਣ ਵਾਸਤੇ ਇਹ ਹੋ ਗਿਆ।
ਚੁੱਕੀ ਹੋਈ ਜਿੰਨਾਂ ਦੀ ਮੈਂ ਕਰਕੇ ਪਠਾਨ ਪੁਰਾਣਾ ਗਦਾਰੀਆ ਕਰਕੇ ਪਠਾਨ ਪੁਰਾਣਾ ਗਦਾਰੀਆ ਚੁੱਕੀ ਹੋਈ ਜਿੰਨਾਂ ਦੀ ਮੈਂ ਜ਼ਿੰਮੇਵਾਰੀਆਂ ਚੁੱਕੀ ਹੋਈ ਜਿੰਨਾਂ ਦੀ ਮੈਂ ਜ਼ਿੰਮੇਵਾਰੀਆਂ
तो भावें भज गए आ, पर मैं अपने पुत्र लैके आ गया शहीद होने वास्ते, पुत्र शहीद करा के, पर लगियां जड़ियां तेरे नाल सांझ निभाऊंगा, जिम्मेवारी को नहीं भाईदा। अज हयात खां उधरले पासों लड़न आया, जेड़ा कहता सी गुरु जी तेरे तो बिना मेरा कोई नहीं, अज बेसहारा है। अज फिर पैसे के लालच में आण के भीम चंद वालों लड़न आउंदा है, ते उधरों सिंह पहुंच जाते थे। जदों सिंघां ने पहला हल्ला किया ना इस फौज ते भीम चंद दी, ते भाजड़ा पा दित्तियां, लैना ला दित्तियां, अगे लाशां ही लाशां पईयां, ते असीं हयात खां पिछे नूं भज्जिया है, ते पिछों भीम चंद दा हयात खां इनाम लेने सौखे नहीं, तेरे नालों चंगा सी मैं बुढ़ियां रख लैंदा। भाईदा मर्द भाईदे नहीं हुंदे, सीधा हो के लड़। हुण फिर गुस्सा खादा, बोली बजी ते अगे नूं आया। इधरों संगो शाह शहीद हो जांदा, जरनैल इस सारे जंग की कमांड जंगो शाह करदा है, ते जंगो शाह शहीद हो जांदा। कलगीधर पातशाह आप संभालदे ने कमांड, ते कलगीधर पातशाह दे कोल खड़ा किरपाल दास अदासी कह लगा सतगुरु जे आप कृपा कर देवो, हयात खां मेरियां अखां दे सामने आ गया, नानक हराम इहने धोखा कीता है। जदों इहनूं कोई नहीं सी पुछदा, तुहाडे तरले करदा सी, अज तुहाडे ते चढ़ के आया, जे कृपा कर देवो मैनूं पार बुला देवो। ते कलगीधर पातशाह गुरु गोबिंद सिंह महाराज कह लगे फिर वेखदा की आ, चल कलगीधर पातशाह कह लगे गुरु नानक दा हत्था तेरे ते। फिर किरपाल दास तुरिया, मोटा सोटा हत्थ दे विच, मोटा शरीर है, चंगी तरह तुरिया नहीं जांदा। गया कोले ते हयात खां हसदा अगों, कहंदा लै इह जंग करन वाले ने, मैं ते परां दे विच डेरा ढा के रख रहा, जंग दा जिद्दी जिद्दी आ भीम चंद नूं कह रहा, क्योंकि फुगरियां मारदा ना इहनूं पंजाबी दे विच आपां कह दईए, ते कहंदा इहदा जिद्दे आ लड़ दवे, इहदा जिद्दे आपां बंन के लै जाना गुरु गोबिंद सिंह नूं हुणे। ते जदों नेड़े गया किरपाल दास दोवें हत्थ जोड़ के अड्डियां नूं चक के मारिया, फाड़ करके तंबा सिर च धरती ते हयात खां विछा दित्ता। हंकार दे नाल आया आ हाल हुंदा है, जिद्दे प्यार दे नाल आया, जिद्दे भावना दे नाल आया, जिद्दे बेसहारा बन के आया, सहारा लैण आया, उदे गुरु नानक दे सहारा मिलिया। ते अज गुरु नानक दे दर ते चढ़ाई करके आया हयात खां, ओ मरिया पिया हंकार नाल आया सीगा। गुरु नानक दे दर ते वेखियो किते भुलेखे ना हंकार ना आ जाए, ओ मरिया पिया। वेखियो किते हंकार नाल इस दर ते ना आ जाओ, बख्शनहारा मेरा पिता बख्शी रखे, मेरा वाला दया दे घर च आया रहे मेरा दरतार। आओ हुण इत्थे पीर बुद्धू शाह दे दो पुत्र शहीद हो गए, 200 के करीब मरीद चेले शहीद हो गए, भतीजे शहीद हो गए। ते जंग पहली जंग खालसे ने जित ली गुरु गोबिंद सिंह महाराज। पहली जंग गुरु गोबिंद सिंह महाराज ने जित्ती, 14 जंगा लड़ियां गुरु गोबिंद सिंह महाराज ने। दुनिया के अंदर कोई ऐसा इतिहास नहीं कि जिन्हें जिन्नियां जंगा लड़ियां होण ते सारियां जित्तियां होण। इको एक दुनिया के अंदर गुरु गोबिंद सिंह महाराज ने ऐसे जरनैल जिन्नियां जंगा लड़ियां उन्नियां जंगा जित्तियां जी, 14 दियां 14। पहली जंग जित हो गई। हुण जित के जदों आउंदे द्वारा पौंडा सिर की धरती ते मेरे कलगीधर पातशाह दीवान सजा के बैठते ने, संतां नूं उपदेश दिंदे आ, खुशी मना रहे ने, ते नाल सिंघां नूं इनाम दे रहे सिखां नूं। ते किरपाल दास ने जदों हयात खां नूं मारिया, 5000 मोहरां दे के पोशाक दे के मान सन्मान कीता। तैनूं पीर बुद्धू शाह दी वारी आउंदी आ, पीर जी ਤੁਹਾਡੇ ਪੁੱਤਰ ਵੀ ਸ਼ਹੀਦ ਹੋਏ ਆ, ਤੁਹਾਡੀ ਵੱਡੀ ਕੁਰਬਾਨੀ ਹੈ, ਤੁਸੀਂ ਸਾਂਝ ਪੁੱਤਰਾਂ ਨੂੰ ਸ਼ਹੀਦ ਕਰਾ ਕੇ ਪੁੱਤਰਾਂ ਨੂੰ ਕੋਖ ਤੋਂ ਵਾਰ ਕੇ ਸਾਂਝ ਨਿਭਾ ਲਈ ਹੈ। ਤੁਸੀਂ ਮੁਖ ਤੋਂ ਫਰਮਾਓ, ਜਿਵੇਂ ਕਲਗੀਧਰ ਪਾਤਸ਼ਾਹ ਕਹਿ ਰਹੇ ਹੋ, ਉਸ ਵੇਲੇ ਦੀਆਂ ਲੈਣਾ ਨੂੰ ਤੁਹਾਡੀ ਰੁਪਏ ਕਿਉਂ ਮਿਲ
ਤੋਂ ਬੋਲੋ ਤੇ ਸਹੀ। ਕਹਿਣ ਲੱਗਾ ਸਤਿਗੁਰੂ ਆਪ ਜੀ ਦੇ ਚਰਨਾਂ ਦਾ ਪਿਆਰ ਹੀ ਸਭ ਤੋਂ ਕੀਮਤੀ ਹੈ, ਮੰਗ ਕੁਛ ਨਹੀਂ ਰਿਹਾ। ਸਾਰਿਆਂ ਨੂੰ ਇਨਾਮ ਦਿੱਤੇ ਜਾ ਰਹੇ ਤੇ ਪੀਰ ਬੁੱਧੂ ਸ਼ਾਹ ਦੇ 2 ਪੁੱਤਰ ਸ਼ਹੀਦ ਹੋਏ ਆ। ਅਸਰਫ ਸ਼ਾਹ ਤੇ ਮੁਹੰਮਦ ਸ਼ਾਹ 2 ਪੁੱਤਰ ਸ਼ਹੀਦ ਹੋਏ। 4 ਪੁੱਤਰ ਆ ਪੀਰ ਬੁੱਧੂ ਸ਼ਾਹ ਦੇ, 4ਾਂ ਦੇ ਵਿੱਚੋਂ 2 ਭੰਗਾਣੀ ਦੇ ਯੁੱਧ ਵਿੱਚ ਜੰਗ ਵਿੱਚ ਸ਼ਹੀਦ ਹੋ ਗਏ ਆ। ਤੇ ਸਤਿਗੁਰੂ ਕਹਿੰਦੇ ਮੰਗ ਤੇ ਸਹੀ, ਕੀ ਮੰਗਦਾ? ਨਹੀਂ ਸੱਚੇ ਪਾਤਸ਼ਾਹ ਆਪ ਜੀ ਦਾ ਦਿੱਤਾ ਹੋਇਆ ਬਹੁਤ ਕੁਛ ਹੈ, ਪਰ ਆਪਾਂ ਅਸਲ 'ਚ ਮੰਗਿਆ ਹੀ ਕਦੇ ਨਹੀਂ। ਆਪਾਂ ਮੰਗਦੇ ਸੱਚੇ ਪਾਤਸ਼ਾਹ ਦੁੱਧ ਦੇ ਦੇ, ਪੁੱਤ ਦੇ ਦੇ। ਕਦੇ ਆਣ ਕੇ ਦਰ ਤੇ ਅਸੀਂ ਇਹ ਨਹੀਂ ਕਿਹਾ ਸੱਚੇ ਪਾਤਸ਼ਾਹ ਸਾਨੂੰ ਸਿੱਖੀ ਦਾਨ ਵੀ ਦੇ ਦੇ, ਸਾਨੂੰ ਆਪਣੇ ਚਰਨਾਂ ਦਾ ਪਿਆਰ ਵੀ ਦੇ ਦੇ। ਜਿੱਦੇ ਅਸੀਂ ਸਿੱਖੀ ਮੰਗਾਂਗੇ, ਯਾਦ ਰੱਖਿਓ ਆਉਣ ਵਾਲੀਆਂ ਨਸਲਾਂ ਸੁਧਰ ਜਾਣਗੀਆਂ, ਕਿਉਂਕਿ ਜਿਹੜੀ ਕੀਮਤ ਆ ਸਭ ਤੋਂ ਵੱਧ ਸਾਡੀ ਉਹ ਸਿੱਖੀ ਦੀ ਹੈ। ਤੇ ਸਿੱਖੀ ਹੈ, ਜਿਹੜਾ ਬੱਚਾ ਸਾਡਾ ਸਿੱਖੀ ਨਾਲ ਜੁੜ ਜਾਂਦਾ ਨਾ ਉਹ ਕਦੇ ਨਸ਼ੇ ਤੇ ਨਹੀਂ ਲੱਗਦਾ। ਜਿਹੜਾ ਬੱਚਾ ਸਾਡਾ ਸਿੱਖੀ ਨਾਲ ਜੁੜ ਜਾਂਦਾ ਕਦੇ ਨਸ਼ੇ ਤੇ ਨਹੀਂ ਲੱਗਦਾ। ਕਦੇ ਸਿੱਖੀ ਮੰਗਿਆ ਕਰੀਏ ਆਪਾਂ ਵੀ ਆ ਕੇ ਸੱਚੇ ਪਾਤਸ਼ਾਹ ਸਾਨੂੰ ਤੇ ਤੇਰੇ ਚਰਨਾਂ ਦਾ ਪਿਆਰ ਚਾਹੀਦਾ। ਦਾਤਾਂ ਦੇ ਸੱਚੇ ਪਾਤਸ਼ਾਹ ਦਾ ਤੂੰ 1-2 ਦੀ ਗੱਲ ਕਰਦਾ ਲੱਖਾਂ ਦੇ ਦਿਆਂਗਾ ਤੈਨੂੰ। ਦਾਤਾਂ ਦੀ ਕਿੱਡੀ ਗੱਲ ਆਂਦਾ, ਦਾਤਾਂ ਪੜਾੜ ਭਰ ਦਿਆਂਗਾ, ਪਰ ਸਿੱਖੀ ਲੈਣੀ ਔਖੀ ਤੇ ਸਿੱਖ ਬਣਨਾ ਇਹ ਸਭ ਤੋਂ ਔਖਾ। ਬਾਕੀ ਕੰਮ ਸਾਰੇ ਜਿਹੜੇ ਦੁਨੀਆ ਦੀਆਂ ਵਸਤੂ ਆ ਖਰੀਦਣੀ ਤੇ ਮੁੱਲ ਲੈਣੀ ਤੇ ਪ੍ਰਾਪਤ ਕਰਨੀ ਬਹੁਤੀ ਵੱਡੀ ਗੱਲ ਨਹੀਂ ਹੁੰਦੀ। ਕੀ ਚਾਹੀਦਾ? ਨਹੀਂ ਸੱਚੇ ਪਾਤਸ਼ਾਹ ਤੁਸੀਂ ਇੰਨਾ ਪਿਆਰ ਦੇ ਵਿੱਚ ਆਏ ਆ ਤਾਂ ਫਿਰ ਬੇਨਤੀ ਮੰਨੋ। ਮੈਂ ਬੇਨਤੀ ਕਰਦਾ, ਮੈਂ ਅਰਜ਼ ਕਰਦਾ, ਕਿਸੇ ਨੂੰ ਕੁਛ ਦਿੱਤਾ ਜਾ ਰਿਹਾ, ਕਿਸੇ ਨੂੰ ਕੁਛ ਦਿੱਤਾ ਰਿਹਾ। ਪੀਰ ਜੀ ਨੂੰ ਪੁੱਛਦੇ ਤੈਨੂੰ ਜ਼ਮੀਨ ਦੇ ਦਈਏ, ਜਗੀਰ ਦੇ ਦਈਏ? ਨਹੀਂ ਗੁਰੂ ਜੀ ਮੈਂ ਜਗੀਰ ਕੀ ਕਰਨੀ ਹੈ। ਤੈਨੂੰ ਮੋਹਰਾਂ ਦੇ ਦਈਏ ਬਹੁਤ ਸਾਰੀਆਂ? ਗੁਰੂ ਜੀ ਮੋਹਰਾਂ ਮੈਂ ਕੀ ਕਰਨੀਆਂ। ਫਿਰ ਬੋਲ ਵੀ ਕੁਛ ਆਂਦਾ ਸਤਿਗੁਰੂ ਜੇ ਤੁਸੀਂ ਇੰਨੇ ਦਇਆ ਦੇ ਘਰ ਵਿੱਚ ਆਏ ਆ, ਜੇ ਇੰਨੇ ਮਿਹਰ ਦੇ ਘਰ ਵਿੱਚ ਆਏ, ਫਿਰ ਰਹਿਮਤ ਕਰੋ ਆ ਸਣੇ ਕੇਸਾਂ ਦੇ ਮੈਨੂੰ ਆਪਣਾ ਕੰਗਾ ਦੇ ਦੇਵੋ। ਕੰਗੇ ਦੀ ਕੇਸਾਂ ਦੀ ਕੀਮਤ ਲੱਗ ਗਿਆ ਪਤਾ ਕੀ ਹੈ? ਅਸੀਂ ਨਾਈਆਂ ਦੀਆਂ ਦੁਕਾਨਾਂ ਤੇ ਢੇਰ ਲਾ ਛੱਡਿਆ। ਇਹ ਕੀਮਤ ਆ ਕੇਸਾਂ ਦੀ। ਚਾਹ ਪੁੱਤਰ ਵਾਰ ਕੇ ਆਦੇ ਪੁੱਤਰ ਟੋਟੇ ਵਾਰ ਕੇ ਨੌਜਵਾਨ ਪੁੱਤਰ ਦੂਜੀ ਕੌਮ ਤੋਂ ਸ਼ਹੀਦ ਕਰਾ ਕੇ ਮੁਸਲਮਾਨ ਆ ਪੀਰ ਬੁੱਧੂ ਸ਼ਾਹ। ਪਿੱਛੇ ਇੱਕ ਡਰਾਮਾ ਵੀ ਰਚਿਆ ਗਿਆ ਨਾ, ਪੀਰ ਬੁੱਧੂ ਸ਼ਾਹ ਦਾ ਕੰਗਾ ਵੀ ਵਿਖਾਇਆ ਗਿਆ ਤੇ ਉਹ ਕੰਗਾ ਨਹੀਂ ਸੀਗਾ। ਇਹਨੂੰ ਕਹਿੰਦੇ ਆ ਧਰਮ ਦੇ ਨਾਂ ਤੇ ਲੁੱਟਣਾ। ਵੀ ਕੰਗਾ ਅਮਰੀਕਾ ਦੀ ਧਰਤੀ ਤੇ ਇੱਥੇ ਹੋਰ ਬਣਾ ਕੇ ਲੁੱਟ ਲਿਆ ਸੀ ਲੋਕਾਂ ਨੂੰ। ਧਰਮ ਦੇ ਨਾਂ ਤੇ ਲੁੱਟਣਾ ਕਿਰਤ ਕਹਾਣੀ ਨੂੰ ਕਹਿੰਦੇ। ਅਸਲ ਕਿਰਤ ਕਹਾਣਾ ਜਿਹੜਾ ਗੁਰੂ ਦੇ ਨਾਂ ਤੇ, ਧਰਮ ਦੇ ਨਾਂ ਤੇ, ਪਰਮਾਤਮਾ ਦੇ ਨਾਂ ਤੇ ਲੁੱਟਦਾ ਹੈ, ਜਿਹਨੂੰ ਪਤਾ ਵੀ ਹੈ ਵੀ ਇਹ ਗਲਤ ਹੈ, ਪਰ ਲੋਕਾਂ ਨੂੰ ਲੁੱਟੀ ਵੀ ਜਾਂਦਾ, ਗੁੰਮਰਾਹ ਵੀ ਕਰੀ ਜਾਂਦਾ। ਆਓ ਪੀਰ ਬੁੱਧੂ ਸ਼ਾਹ ਜੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਦਾ ਤਰਲਾ ਪਾ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਕੰਗਾ ਦੇ ਦੇ। ਉਹ ਮੇਰੇ ਦੀਆਂ ਲਾਈਨਾਂ ਨੂੰ ਕਵੀ ਨੇ ਤੱਕ ਕੇ ਕਾਗਜ਼ ਦੀ ਲਿਖ ਤੇ ਇਹ ਕੌਣ ਲਿਖਿਆ? मंगण नूं जित जाया।
ਆਪਣੇ ਬੱਚਿਆਂ ਦੀ ਜ਼ਿੰਦਗਾਨੀ ਮੈਂ ਸਫਲੀ ਸਮਝਾਵਾਂ ਆਪਣੇ ਬੱਚਿਆਂ ਦੀ ਜ਼ਿੰਦਗਾਨੀ ਭਰਿਆ ਕਿਸਾਨਾਂ ਇਹ ਭਰਿਆ ਕਿਸਾਨਾਂ ਕੰਗਾ ਹੱਥਾਂ ਉੱਪਰ ਕਰ ਦੋ ਕੰਗਾ ਸੜ ਕਿਸਾਨੇ ਮੈਨੂੰ ਦਾਤਾ ਬਖਸ਼ਿਸ਼ ਕਰ ਦੋ ਕੰਗਾ ਸੜ ਕਿਸਾਨੇ ਮੈਨੂੰ ਦਾਤਾ ਬਖਸ਼ਿਸ਼ ਕਰ
के भी मंगते नहीं दुनियावी चीजा तेरे बेटा तर के भी मंगते नहीं दुनियावी चीजा बल दलवीर कहे हो जो बल दलवीर कहे गुरु दे दर्शन कर दिन फिर दे कंगा सड़ के सारे मैनू दाता बख्शिश कर दो कंगा सड़ के सारे मैनू दाता बख्शिश कर दो मैनू दाता बख्शिश कर दो मैनू दाता बख्शिश कर दो ਆਂਦਾ ਸੰਸਾਰੀ ਵਸਤੀਆਂ ਜਿਹੜੀਆਂ ਮੇਰੇ ਕੰਮ ਕਿਹੜੇ ਹੋਣੀਆਂ ਵਸਤੂ ਨਹੀਂ ਕੰਮ ਆਉਂਦੀਆਂ ਸੱਚੇ ਪਾਤਸ਼ਾਹ ਮੈਨੂੰ ਪਿਆਰ ਦੇ ਵਿੱਚ ਫਿਰ ਆਏ ਆ ਤਾਂ ਕੰਘਾ ਦੇ ਦਿਓ ਸਨ ਕੇਸਾਂ ਦੇ ਮੈਂ ਦਰਸ਼ਨ ਕਰ ਲਿਆ ਕਰੂੰ ਸੱਚੇ ਪਾਤਸ਼ਾਹ ਤੁਹਾਡੇ ਇਸ ਕੰਘੇ ਦੇ ਵਿੱਚੋਂ ਯਾਦ ਰੱਖਿਓ ਜੇ ਆਪਣੇ ਦਾੜੀ ਕੇਸ ਹੈ ਨਹੀਂ ਨਾ ਆਪਾਂ ਪਟੇ ਜੇ ਸਿੱਧੇ ਕਰਨੇ ਆ ਵੈਸੇ ਤੇ ਭੈਣਾਂ ਦਾ ਵੀ ਇੱਕ ਅੱਜ ਕੱਲ ਹੈਗਾ ਬਿਊਟੀ ਪਾਰਲਰ ਜੇ ਤੇ ਕਮਾਲਾ ਸਜਾ ਕੇ ਭੈਣੋ ਸਾਹਮਣੇ ਖੜ ਗਈਆਂ ਸ਼ੀਸ਼ੇ ਦੇ ਤੁਹਾਨੂੰ ਭਾਗਵਤ ਚੇਤੇ ਆਉਣੀ ਮਾਂ ਤੁਹਾਨੂੰ ਮਾਂ ਭਾਗਵਤ ਚੇਤੇ ਆਉਗੀ ਮਾਤਾ ਤੁਹਾਨੂੰ ਹੁਸ਼ਿਆਰਨਗਰ ਚੇਤੇ ਆਉਣੀ ਆ ਵੀਰੋ ਜੇ ਤੁਸੀਂ ਵੀ ਕਿਤੇ ਪਟੇ ਵਾਉਣ ਲੱਗੇ ਤੇ ਤੁਹਾਨੂੰ ਸੰਜੇ ਤੱਕ ਦਿਸਣਾ ਅੱਗੇ ਬੋਵੀ ਜੋਨ ਦਿਸੂਗਾ ਹੋਰ ਕੁਛ ਨਹੀਂਗਾ ਤੇ ਜਿੱਦੇ ਦਸਤਾਰ ਸਜਾਉਣੇ ਨਾ ਜਦੋਂ ਸ਼ੀਸ਼ੇ ਦੇ ਸਾਹਮਣੇ ਖੜ ਕੇ ਆਪਣੇ ਚਿਹਰੇ ਨੂੰ ਵੇਖੋ ਕਿਵੇਂ ਪ੍ਰਕਾਸ਼ ਆ ਬੜਾ ਧਿਆਨ ਮਾਰਿਓ ਕਿਵੇਂ ਦਾੜਾ ਪ੍ਰਕਾਸ਼ ਆ ਮੈਂ ਦਸਤਾਰ ਕਿਵੇਂ ਸਜਾ ਰਿਹਾ ਸਾਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਹੋਣਗੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ ਇਹ ਤੁਹਾਡੀ ਇੱਛਾ ਹੈ ਤੁਸੀਂ ਹੁਣ ਕੀ ਕਰਨਾ ਹੈ ਅਸੀਂ ਤੇ ਗੁਰੂ ਕੇ ਬੁਲਾ ਰਹੇ ਸਾਡਾ ਤੇ ਕੰਮ ਜੋ ਹੈ ਬੋਲ ਦੇਣਾ ਹੈ ਆਓ ਪੀਰ ਬੁੱਧੂ ਸ਼ਾਹ ਨੇ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਦਾ ਕਿਰਪਾ ਕਰ ਦੇਵੋ ਆਪਣਾ ਕੰਘਾ ਦੇ ਦੇਵੋ ਹੁਣ ਕੰਘਾ ਲੈ ਕੇ ਸੱਚੇ ਪਾਤਸ਼ਾਹ ਤੋਂ ਮੱਥੇ ਨੂੰ ਲਾਇਆ ਰੁਮਾਲ ਚ ਲਪੇਟ ਲਿਆ ਤੇ ਤੁਰ ਪਿਆ ਸੰਢੋਰੇ ਨੂੰ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਜੁੜਿਆ ਜਾਂਦਾ ਹੈ ਤੇ ਜਦੋਂ ਆਪਣੇ ਘਰ ਪਹੁੰਚਦਾ ਹੈ ਤੇ ਘਰ ਵਾਲੀ ਭੈਣ ਨਸੀਰਾ ਜਰਨੈਲ ਸੈਦ ਖਾਨ ਦੀ ਭੈਣ ਹੈ ਇਹ ਭੈਣ ਨਸੀਰਾ ਵੇਖਦੀ ਆ ਵੀ ਗਏ ਜਾਦੇ ਸੀ ਹੈ ਥੋੜੇ ਆ ਦੋ ਪੁੱਤਰ ਸਾਹਮਣੇ ਆ ਮਾਂ ਨੂੰ ਮਿਲਦੇ ਤੇ ਦੋ ਦਿਸਦੇ ਨਹੀਂ ਹੁਣ ਨਸੀਰਾ ਪੁੱਛਦੀ ਤਾਂ ਹੈ ਨਹੀਂ ਤੇ ਕਦੇ ਐਂ ਵੇਖਦੀ ਆ ਕਦੇ ਇੱਧਰ ਵੀ ਵੇਖਦੀ ਆ ਮੇਰੇ ਪੁੱਤਰ ਦੋ ਨਹੀਂ ਇੱਧਰ ਪੁੱਤਰ ਜੰਗ ਲੜਨ ਗਏ ਸੀਗੇ ਤੇ ਜਵਾਕ ਤੇ ਸਕੂਲੋਂ 10 ਮਿੰਟ ਲੇਟ ਹੋਏ ਤੇ ਮਾਂ ਬੂਹੇ 'ਚ ਖੜ ਜਾਂਦੀ ਜਾ ਕੇ ਮੇਰਾ ਪੁੱਤ ਲੇਟ ਹੋ ਗਿਆ ਹੈ ਤੇ ਜਵਾਕ ਕਦੇ ਰਾਤ ਨੂੰ ਅੰਗ ਪੈਰ ਵਿੱਚ ਹੱਥ ਨੰਗਾ ਹੋ ਜੇ ਬਾਹ ਨੰਗੀ ਹੋ ਜੇ ਨਾ ਮਾਂ ਚਾਰ ਵੇਰਾਂ ਵੇਖਦੀ ਕਿਤੇ ਪੁੱਤ ਨੂੰ ਠੰਡ ਤਾਂ ਨਹੀਂ ਲੱਗਦੀ ਤੇ ਨਸੀਰਾ ਵੀ ਪਿਆਰ ਵਿੱਚ ਵੇਖਦੀ ਆ ਫਿਰ ਪਿੱਛੇ ਨੂੰ ਹੋ ਕੇ ਮੇਰੇ ਪੁੱਤ ਨਜ਼ਰ ਨਹੀਂ ਆਉਂਦੇ ਫਿਰ ਬਾਹਰ ਨੂੰ ਜਾਂਦੀ ਆ ਕਦੇ ਉੱਚੀਆਂ ਟਿਕਰ ਦੇ ਟੋਟੇ ਨਜ਼ਰ ਨਹੀਂ ਆਏ ਤੇ ਭਾਈ ਪੀਰ ਬੁੱਧੂ ਸ਼ਾਹ ਕਹਿਣ ਲੱਗਾ ਨਸੀਰਾ ਨੂੰ ਆਵਾਜ਼ ਮਾਰਦਾ ਤੇ ਨਸੀਰਾ ਸਗਾ ਕੋ ਸਵਾਲ ਕਰਦੀ ਆ ਤੇ ਪੀਰ ਜੀ ਮੇਰੇ ਦਿਲ ਦੇ ਟੁਕੜੇ ਨਜ਼ਰ ਨਹੀਂ ਆਉਂਦੇ ਤੇ ਪੀਰ ਜੀ ਕਹਿਣ ਲੱਗੇ ਉਹ ਤਾਂ ਸ਼ਹੀਦ ਹੋ ਗਏ ਨੇ ਆ ਫੜ ਦੋ ਪੁੱਤਰ ਤੇਰੇ ਸ਼ਹੀਦ ਕਰਾ ਕੇ 200 ਮਰੀਦ ਸ਼ਹੀਦ ਕਰਾ ਕੇ ਆਪਣੇ ਭਤੀਜੇ ਸ਼ਹੀਦ ਕਰਾ ਕੇ ਕਲਗੀਧਰ ਨੇ ਬੜੀ ਰਹਿਮਤ ਕੀਤੀ ਆ ਮੈਨੂੰ ਕੰਘਾ ਦੇ ਦਿੱਤਾ ਸਣੇ ਕੇਸਾਂ ਤੇ ਲਪੇਟਿਆ ਹੋਇਆ ਤੇ ਇਹਨੂੰ ਨਾਮ ਸਿਖਾ ਕੰਘਾ ਲੈ ਕੇ ਆਉਂਦਾ ਸਤਿਕਾਰ ਨਾਲ ਉੱਚੀ ਜਗ੍ਹਾ ਤੇ ਰੱਖਦੇ ਰੋਜ਼ ਇਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਿਆ ਕਰਾਂਗੇ ਤੇ ਭੈਣ ਨਸੀਰਾ ਨੂੰ ਆਪਣੇ ਬੱਚੇ ਸ਼ਹੀਦ ਹੋਣ ਦੀ ਜਿਵੇਂ ਵਾਸਤਾ ਸੁਣਾ ਰਿਹਾ ਉਹ ਸਾਰੇ ਸਿੰਘ ਨੂੰ ਪਿਆਰ ਦੇ ਨਾਲ ਤੁਹਾਡੀ ਜਥੇ ਤੋਂ ਸੁਣਦੇ Hey!
ਪਾਣੀ ਪੈਂਦੀ ਏ ਸਗਨ ਪਿੱਛੇ ਜਾਣ ਦੀ ਬਾਜੀ ਲਾਉਣੀ ਪੈਂਦੀ ਏ ਸਗਨ ਪਿੱਛੇ ਜਾਣ ਦੀ ਬਾਜੀ ਲਾਉਣੀ ਪੈਂਦੀ ਏ ਪੁੱਤਰਾਂ ਦੇ ਭੇਸ ਨੂੰ ਮੱਸਾ ਮਾਰ ਦਿੱਤੇ ਕਰਨ ਸਿਰਾ ਤੇਰੇ ਮੈਂ ਸਤਿਗੁਰ ਭਗਵਾਨ ਤੇ
ਵਾਜਦੇ ਸਤਿਗੁਰ ਤੋਂ ਵਾਜਦੇ ਸਤਿਗੁਰ ਤੋਂ ਵਾਜਦੇ ਮਸੀਰਾ ਪੁੱਤ ਤੇਰੇ ਮੈਂ ਸਤਿਗੁਰ ਤੋਂ ਵਾਰ ਦਿੱਤੇ, ਪੁੱਤ ਨੇ ਜਿਹੜੇ ਪਿਓ ਦੀ ਪੱਗ ਨੂੰ ਉੱਚਾ ਕਰਦੇ, ਤੇ ਅੱਜ ਤੇਰੇ ਪੁੱਤਰਾਂ ਨੇ ਜੰਗ ਦੇ ਵਿੱਚ ਸ਼ਹੀਦ ਹੋ ਕੇ ਮੇਰੀ ਪੱਗ ਨੂੰ ਉੱਚਾ ਕਰ ਦਿੱਤਾ। ਮੈਨੂੰ ਮਾਣ ਆ, ਮੈਨੂੰ ਫਖਰ ਆ, ਮੇਰੇ ਪੁੱਤ ਕੌਮ ਤੋਂ ਸ਼ਹੀਦ ਹੋਏ ਆ। ਪੀਰ ਬੁੱਧੂ ਸ਼ਾਹ, ਪੀਰ ਬੁੱਧੂ ਸ਼ਾਹ ਨੂੰ ਜਿਉਂਦੇ ਨੂੰ ਧਰਤੀ ਦੇ ਵਿੱਚ ਨੱਪ ਕੇ ਬਾਅਦ ਸ਼ਹੀਦ ਕਰ ਦਿੱਤਾ ਸੀ। ਇਹ ਤਾਂ ਸਾਡੇ ਪੀਰ, ਪਰ ਅੱਜ ਤੇ ਅਸੀਂ ਪਤਾ ਨਹੀਂ ਕੋਈ ਹਜ਼ਾਰਾਂ ਵਾਲਾ, ਕੋਈ ਕਰੋੜਾਂ ਵਾਲਾ, ਕੋਈ ਲੱਖਾਂ ਵਾਲਾ ਪੀਰ ਬਣਾ ਕੇ ਬਹਿ ਗਏ ਆ। ਪਤਾ ਹੀ ਨਹੀਂ ਕੋਈ ਗਾਲੜ ਸ਼ਾਹ, ਕੋਈ ਭਮੀਰੀ ਸ਼ਾਹ, ਕੋਈ ਛਤਰੀ ਸ਼ਾਹ, ਕਿੱਥੋਂ ਆ ਗਏ ਪੀਰ ਇਹ? ਪਤਾ ਹੀ ਨਹੀਂ ਲੱਗਾ ਸਾਡੀ ਕੌਮ ਦੇ ਵਿੱਚ ਕਿੱਧਰੋਂ ਸਾਰਾ ਕੁਝ ਕੌਣ ਪਾ ਗਿਆ, ਸਮਝ ਨਹੀਂ ਆਈ। ਗੁਰਦੁਆਰੇ ਸਾਡੇ ਇਤਿਹਾਸਕ ਨਿਸ਼ਾਨੀਆਂ ਸੀ ਜਿਹੜੀਆਂ ਢਾਹ ਦਿੱਤੀਆਂ, ਪਰ ਕੀ ਕਬਰਾਂ ਗੁਰਦੁਆਰਿਆਂ 'ਚ ਬਣ ਗਈਆਂ। ਬਸ ਕੁਝ ਕਮੈਂਟ ਆ ਜਿਹੜੇ ਦੁਨੀਆ ਦੇ ਅੰਦਰ ਇਤਿਹਾਸ ਬੜੇ ਨੇ, ਬੜੇ ਧਰਮ ਨੇ, ਸਾਰੇ ਧਰਮ ਆਪਣੀਆਂ ਨਿਸ਼ਾਨੀਆਂ ਜਿਹੜੀਆਂ ਸਾਂਭ ਕੇ ਰੱਖਦੇ, ਇਤਿਹਾਸ ਦੀਆਂ ਨਿਸ਼ਾਨੀਆਂ ਸਾਂਭ ਕੇ ਰੱਖਦੇ। ਕਮਾਲ ਆ, ਸਾਡੇ ਇਤਿਹਾਸ ਵਰਗਾ ਕਿਸੇ ਦਾ ਇਤਿਹਾਸ ਨਹੀਂ, ਸਾਡੇ ਗੁਰੂ ਵਰਗਾ ਕਿਸੇ ਦਾ ਗੁਰੂ ਨਹੀਂ। ਸਾਡੀ ਜਿੱਡੀ ਮਹਾਨ ਤਪੱਸਿਆ, ਮਹਾਨ ਕੁਰਬਾਨੀਆਂ, ਇਹੋ ਜਿਹੀਆਂ ਕੁਰਬਾਨੀਆਂ ਨਹੀਂ ਦੂਜੇ ਧਰਮਾਂ ਦੇ ਆਰਿਆਂ ਨਾਲ ਨਹੀਂ ਕਰਾਏ ਗਏ ਨੇ। ਉੱਪਰ ਦੀਆਂ ਦੇਗਾਂ 'ਚ ਉਬਾਲੇ ਨਹੀਂ ਖਾਦੇ ਹੋਣੇ, ਉਹ ਕੇਸਾਂ ਦੇ ਵਾਸਤੇ ਖੋਪਰ ਨਹੀਂ ਲਵਾਏ ਹੋਣੇ। ਸਾਡੀ ਕੌਮ 'ਚ ਹੈ, ਪਰ ਅੱਜ ਅਸੀਂ ਕਿਸੇ ਹੋਰ ਪਾਸੇ ਤੁਰ ਗਏ ਆ। ਸਾਡੇ ਤੇ ਕੋਈ ਹੋਰ ਬੈਠ ਗਿਆ ਆ ਕੇ ਜਿਹੜਾ ਸਾਨੂੰ ਅੱਜ ਚਲਾ ਰਿਹਾ ਹੈ। ਕੁਝ ਬਹੁਤੇ ਬਾਬੇ ਤੇ ਕੁਝ ਬਹੁਤੇ ਲੀਡਰ ਵਿਕਾਊ ਹੋ ਗਏ ਨੇ। ਮੈਨੂੰ ਦੋ ਗੱਲਾਂ ਤੁਹਾਨੂੰ ਕਹਿਣੀਆਂ, ਸਮਝ ਆਪੇ ਜਾਣਾ ਤੁਸੀਂ। ਮਾਤਾ ਗੁਜਰ ਕੌਰ ਦੀ 83 ਸਾਲ ਦੀ ਉਮਰ ਹੈ। ਛੋਟੇ ਸਾਹਿਬਜ਼ਾਦਿਆਂ ਦੀ ਉਮਰ ਵੈਸੇ ਘੱਟ ਆ, ਆਮ ਇਤਿਹਾਸਕਾਰ ਤੇ 7 ਤੇ 9 ਸਾਲ ਕਹਿ ਦਿੰਦੇ, ਆਪਾਂ ਵੀ ਕਹਿੰਦੇ ਆ। ਇਹੋ ਜਿਹੇ ਤਸੀਹੇ ਬੁਰਜ ਦੇ ਬਾਰੀ ਕੋਈ ਨਹੀਂ। ਪੋਹ ਦਾ ਮਹੀਨਾ ਹੈ, ਕੋਰਾ ਪੈ ਰਿਹਾ ਹੈ, ਫਰਸ਼ ਗਿੱਲਾ ਹੈ, ਲੰਮੇ ਸਮੇਂ ਤੋਂ ਭੁੱਖੇ ਪਿਆਏ ਪੈਂਡਾ ਕਰਕੇ ਥੱਕੇ ਹੋਏ ਆ। ਮਾਤਾ ਗੁਜਰ ਕੌਰ ਦੇ ਬਾਹਾਂ ਤੇ ਪਏ ਉੱਤੇ ਕੱਪੜਾ ਨਹੀਂ, ਥੱਲੇ ਫਰਸ਼ ਤੇ ਕੱਪੜਾ ਨਹੀਂ, ਫਰਸ਼ ਵੀ ਗਿੱਲਾ ਤੇ ਉੱਤੋਂ ਵੀ ਕੋਰਾ ਪੈ ਰਿਹਾ। ਕਿਹੋ ਜਿਹਾ ਸੀਨ ਅੱਖਾਂ ਸਾਹਮਣੇ ਕਰੋ। ਇਹੋ ਜਿਹੀ ਮਹਾਨ ਨਿਸ਼ਾਨੀ ਉਹ ਬੁਰਜ ਅੱਜ ਹੈ ਨਹੀਂ, ਢਾਹ ਦਿੱਤਾ ਹੈ। ਦੁਆਰਾ ਬੁਰਜ ਬਣ ਜਾਊਗਾ, ਮਾਤਾ ਬੈਠ ਜਾਓ ਉੱਥੇ ਆ ਕੇ, ਛੋਟੇ ਸਾਹਿਬਜ਼ਾਦੇ ਬੈਠਣਗੇ, ਉਹ ਬੁਰਜ ਤੁਹਾਡਾ ਢਾਹ ਦਿੱਤਾ। ਚਮਕੌਰ ਦੀ ਕੱਚੀ ਗੜੀ, ਜਿੱਥੇ ਗੁਰੂ ਗੋਬਿੰਦ ਸਿੰਘ 1.25 ਲੱਖ ਸੇ ਏਕ ਲੜਾਉਂ ਤਵੇ ਗੋਬਿੰਦ ਸਿੰਘ ਨਾਮ ਕਹਾਉ। ਕਿੱਥੇ 1.25 ਲੱਖ ਨਾਲ ਨਹੀਂ, 1.5 ਲੱਖ ਨਾਲ ਲੜਾ ਕੇ ਵਿਖਾਇਆ ਹੈ। ਛਿਆਂ ਦਾ ਜਥਾ ਹੁੰਦਾ ਅੰਦਰੋਂ, 1.5 ਲੱਖ ਨਾਲ, ਸਵਾ ਨੂੰ ਕਹਿ ਕੇ ਉਤੋਂ ਵੀ ਅੱਗੇ। ਉਹ ਵੀ ਅੱਜ ਚਮਕੌਰ ਦੀ ਕੱਚੀ ਗੜੀ ਵੀ ਹੈ ਨਹੀਂ। ਪਿੱਛੇ ਜੇ ਮੈਂ ਇਸ ਗੱਲ ਤੇ ਬਹਿਸ ਹੋ ਗਈ, ਕਾਰਸੇ ਵਾਲੇ ਇੱਕ ਤਾਂ ਬਾਬੇ ਵਾਲੀਆਂ ਧਮਕੀਆਂ ਦੇਣ ਲੱਗ ਪੈਂਦੇ ਜਦੋਂ ਕਿਤੇ ਸੱਚ ਬੋਲਦੇ। ਤੁਹਾਨੂੰ ਪਤਾ ਬਾਬਿਆਂ ਦੀ ਕੀ ਦੇਣ ਹੈ? ਮੈਂ ਕਿਹਾ ਮੈਂ ਦੱਸਿਆ ਕਿ ਇਹੀ ਤਾਂ ਦੱਸਿਆ, ਵੇਖ ਲਓ। ਆਂਦਾ ਬੁਰਜ ਪੁਰਾਣਾ ਹੋ ਗਿਆ ਸੀ। ਮੈਂ ਕਿਹਾ ਅੱਛਾ ਜੀ, ਹੋਰ ਅੱਗੇ? ਆਂਦਾ ਕੱਚੀ ਗੜੀ ਸਾਂਭ ਨਹੀਂ ਸੀ ਸਕਦੇ। ਮੈਂ ਕਿਹਾ ਹੋਰ? ਮੈਂ ਕਿਹਾ ਮੇਰੀ ਸੁਣ ਲਾ, ਦਰਬਾਰ ਸਾਹਿਬ ਦਾ 100 ਸਾਲ ਬਾਅਦ ਦੇ ਵਿੱਚ ਬੁਰਜ ਬਣਦਾ। ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ 100 ਸਾਲ ਪਹਿਲਾਂ ਬਣਿਆ, ਫਿਰ ਇੱਧਰ ਕਦੋਂ ਧਿਆਨ ਦੇਣਾ ਤੁਸੀਂ? ਉਹ ਕੱਚੀ ਗੜੀ ਤੋਂ ਪਹਿਲਾਂ ਬਟਾਲੇ ਵਾਲੇ ਬਾਬੇ ਨਾਨਕ ਦੀ ਕੰਧ ਜੇ ਕਿਉਂ ਬਹਾਨੇ ਬਣਾ ਕੇ ਸਾਨੂੰ ਮੂਰਖ ਬਣਾਉਣੇ ਆ? ਕੌਣ ਢਾ ਗਿਆ ਹੈ? ਆਪਾਂ ਢਾਈਆਂ ਹੈ? ਕਿਹਨੇ ਢਾਈਆਂ? ਆਪੇ ਵੇਖ ਲਿਓ ਕੌਣ ਢਾ ਗਿਆ। ਅੱਜ ਸਾਡੇ ਬੱਚੇ ਕਹਿੰਦੇ ਬੁਰਜ ਵਿਖਾ ਕੇ ਲਿਆ, ਤੇ ਜਦੋਂ ਮੈਂ ਬੁਰਜ ਵਿਖਾਊਂਗਾ ਨਾ, ਉੱਥੇ ਸੰਨ ਲਿਖਿਆ 1900 ਤੇ ਕਿੰਨਾ ਲਿਖਿਆ ਪੜਿਆ? ਬਸ ਉਹ ਕਹਿੰਦੇ 1704 ਚ ਸ਼ਹੀਦ ਹੁੰਦੇ ਸਾਹਿਬਜ਼ਾਦੇ, ਇਹ ਬਾਅਦ ਚ ਬਣਿਆ। ਪਾਪਾ ਜੀ ਇਤਿਹਾਸ ਝੂਠਾ, ਪਿਤਾ ਜੀ ਇਤਿਹਾਸ ਝੂਠਾ ਹੈ। ਜਵਾਬ ਦੇ ਸਕਦੇ ਤੁਸੀਂ? ਉਹ ਤੁਹਾਡਾ ਬੁਰਜ ਢਾਦਾ, ਤੁਹਾਡੀ ਚਮਕੌਰ ਦੀ ਕੱਚੀ ਗੜੀ ਢਾਦੀ, ਭਾਈ ਬਿੱਧੀ ਚੰਦ ਵਾਲਾ ਚਵਾਰਾ ਢਾਦਾ, ਹੋਰ ਬਹੁਤ ਸਾਰੀਆਂ ਵੱਡੀਆਂ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਢਾਦੀਆਂ। ਤੁਸੀਂ ਇੱਕ ਵਾਰ ਸੀ ਨਹੀਂ ਕੀਤੀ, ਤੇ ਗੁਰਦੁਆਰੇ ਦੇ ਕਿਤੇ ਕਬਰ ਬਣੇ, ਕੋਈ ਥੋੜਾ ਵੀ ਮਾਰ ਦੇਵੇ, ਸਾਰਾ ਪਿੰਡ ਡਾਂਗਾ ਲੈ ਕੇ ਆ ਜਾਂਦਾ ਹੈ। ਸਾਡੇ ਬੁਰਜ ਨਾਲ ਜੁੜਦੇ ਆ ਕਿ ਅਸੀਂ ਕਬਰਾਂ ਨਾਲ ਜੁੜਨਾ ਹੈ?
बड़ा ध्यान मार के देखो, बड़िया डूंघिया चीज सकनी इन्हां गल्लां ने। मैं क्लियर कट है, मैं किसी का तोता नहीं। जो कौम अंदर हो रहा मेरा फर्ज बनता, मैं गुरु का गोला है, मेरा परिवार गुरु के आसरे पलदा, किसी बंदे के आसरे नहीं। जे झूठ होया तो पुछ लो, असल में तो कहानी आ, इन्हों ढवा कोई होर गया ते ना किसे होर दा लग गया। बहुत वड्डियां इहो जिहियां गल्लां जिहड़ियां साडी कौम दे विच ने, बहुत कुछ बदल दिता है। सिख इतिहास हिंदी दे विच किताब छपदी है जिहदे विच गुरु गोबिंद सिंह महाराज नूं डाकू लिखिआ है। माफ करी सच्चे पातशाह, लिखिआ किहने आ? श्रोमणी कमेटी ने छापी है किताब। साडे वाले महकमे नूं भी असीं इन्हां दीयां स्टेजां ते टाइम लाउणा, इन्हां नूं इह नहीं भी असीं गुरु दी गल भी दस दईए भी तुहाडे नाल हो की रिहा। जे किसी नूं झूठ लगे तो फोन नंबर ले लो, मैनूं पुछ लिओ, क्योंकि मैं केवल प्रचारक कौम दा है। जो कौम विच लटेरे करदे, मेरा फर्ज बनदा दसना है कि तुसीं सारे जाने दसो भी गुरु गोबिंद सिंह कोई इत्थे डाकू कह देवे जिउंदा छड्डोगे? गले तो फड़ लांगे। पर वो एक उन्हें सिर्फ चोला पाया, गुरु गोबिंद सिंह ने चोला, असी किनारे ਉਹਦਾ सिस्टम ला के रखता, जेल च बैठा है। ते जिहड़े डाकू चोर पता नहीं छेवें पातशाह नूं लिखी जांदे, उन्हां बारे की करोगे? बोलना पैना तुहानूं, कौम नूं बचाउणा पैना। साडे गुरु ने दूजे धर्म बचाते ते दूजे धर्म वास्ते आण के पीर बुद्धू शाह साडी कौम तो पुੱਤਰ मारी ਜਾਂਦਾ कि ਅਸੀਂ ਇਹ भी नहीं कह सकते ਤੁਸੀਂ कौन आ लिखण वाले? ਅਸੀਂ ਇਹ भी नहीं कह सकते। कमाल की गल सिखो, समझना पैना इन्हां गल्लां। गुरु गोबिंद सिंह ने 4 पुੱਤਰ वारते। ਲੱਖਾਂ किस्से होणगे मापिਆਂ ਦੇ ਪੁੱਤਰਾਂ ਦੇ प्यार दे। मापे पुत्तरां तो रुपये मोहरे मार के नजराने तार दे, बल बल जाइए 10 मिनट तार दे, जिन्हें तुहाडे तो प्यारे पुत्र वास्ते। माता साहब और दमदमा साहब की धरती ते पुछदी है, अगर गुरु जी जिगर दे टोटे नहीं नजर आउंदे, 4 साहिबजादे नहीं नजर आउंदे, तो की कहंदे इन पुत्रों के शीश पर वार ये सब 4 में तो क्या पै जीवत कई हजार। साहब और उन्हां 4 पुत्रों की ध्यान दो, उन्हां 4 पुत्रों के खून की एक एक बूंद, उन्हां 4 पुत्रों के खून की एक एक बूंद, 4 पुत्रों के खून का एक एक तौका इन्हां विच सिंध दिता। जिहड़े बैठे तेरे जीत सिंह ते जुझार सिंह बैठे, हज़ारां बैठे, 4 पुत्र वार के हज़ारां पुत्र बैठे तेरे, में हज़ारां पुत्र नाती पुत बना ले। दुनिया के अंदर कोई इतिहास नहीं किसी ने अपने चेलियां नूं, अपने मरीदां नूं, अपने भगतां नूं, अपने पंथ नूं अपनी बुक दे विच बिठा के अपने पुत किया होवे। केवल ते केवल गुरु गोबिंद सिंह महाराज इक्को ही दुनिया अंदर। फिर लड़ाई की है? ਉਹਦਾ मैं पग बन्नण नहीं देनी, ते गुरु गोबिंद सिंह दा मैं पग इन्हां दे सिर ते बन्न के जाना। पग साडी अणख दा प्रतीक है, पग साडी जमीर का प्रतीक है, जागती जमीर का प्रतीक जी। दुनिया के अंदर पग कौन बनता है? जिहदा छिक्का चलदा होवे, ते अज सिख दा सारी दुनिया दे विच चलदा है। वडेरियां दा इतिहास पढ़ लिओ, कौमां कोल जिहड़ियां चीज़ां दूजियां कौमां तरसदियां तुहाडे कोल है, पर असीं कदे यतन नहीं कीता। दुनिया के अंदर जरनैलों की लिस्ट बनाई आस्ट्रेलिया ने भी अज तक दुनिया के कौन जरनैल होए ते किन्ने होए, ते सब तो वड्डा जरनैल किहड़ा? 10 जरनैल चुने उन्होंने। पर बात कमाल है, 10 जरनैलों तो दुनिया तो सब तो वड्डा जरनैल सूरमा योद्धा सरदार हरि सिंह नलूआ तुहाडी कौम दा। फिर आंदे एक होर सर्च करो, अज तक राज किहदा वधिया होया? इंग्लैंड ने कीता है। अज तक राज सब तो वधिया किहदा होया? आंदा सब तो वधिया राज। उन्होंने सर्च किया, सब तो वधिया राज अज तक महाराजा रणजीत सिंह दा तुहाडा होया। हुण सर्च कीती आ, आंदा दुनिया दे विच ऐसी किहड़ी कौम है जिहड़ा गरीबां दी लोड़ पड़े, दुखियां दी, बेसहारियां दी बांह फड़दी होवे?
ਕਿਤੇ ਆਫਤ ਆ ਗਈ, ਕਿਤੇ ਬਿਮਾਰੀ ਆ ਗਈ, ਕਿਤੇ ਕੁਛ ਹੋ ਗਿਆ, ਜਿੱਥੇ ਕੋਈ ਖਾਣ ਪੀਣ ਦਾ ਰਾਸ਼ਨ ਨਹੀਂ ਪਹੁੰਚ ਰਿਹਾ, ਲੋਕ ਭੁੱਖੇ ਮਰਦੇ ਹੋਣ, ਧਿਆਏ ਮਰਦੇ ਹੋਣ, ਵਿਲਕਦੇ ਹੋਣ, ਉੱਥੇ ਤੁਸੀਂ ਜਾਂਦੇ ਜੇ ਖਾਲਸਾ ਐਡ। ਦੁਨੀਆ ਦੇ ਅੰਦਰ ਪਹਿਲੇ ਨੰਬਰ ਤੇ ਵੀ ਤੁਹਾਡਾ ਜੋਗਦਾਨ। ਜਿਹੜੀਆਂ ਦੂਜੀਆਂ ਕੌਮਾਂ ਤਰਸਦੀਆਂ ਤੁਹਾਡੇ ਕੋਲੇ ਆ, ਫਿਰ ਅਸੀਂ ਭੁੱਲੇ ਕਿਉਂ ਬੈਠੇ ਆ? ਅਸੀਂ ਗੁਰੂ ਤੇ ਭਰੋਸਾ ਰੱਖ ਕੇ ਕਰੀਏ ਕਾਜ। ਵੱਡੀ ਕੌਮ ਆ ਸਭ ਤੋਂ, ਕਿਹੜੀ? ਸਿੱਖ ਕੌਮ ਸਭ ਤੋਂ ਵੱਡੀ ਆ। ਇੱਕ ਗੱਲ ਮੈਂ ਹੋਰ ਤੁਹਾਨੂੰ ਬੜੀ ਗਹਿਰੀ ਕਹਿ ਜਾਣਾ, ਪੱਗ ਕੀ ਚੀਜ਼ ਆ? ਪੱਗ ਦੇ ਸੰਬੰਧ ਵਿੱਚ ਤੁਸੀਂ ਪਿੱਛੇ ਵੇਖਿਆ ਹੋਵੇਗਾ, ਪੜ੍ਹਿਆ ਹੋਵੇਗਾ, ਆਸਟ੍ਰੇਲੀਆ ਪੰਜਾਬ ਦੀ ਸਾਡੀ ਸਿੱਖਾਂ ਦੀ ਧੀ ਹੈ, ਆਸਟ੍ਰੇਲੀਆ ਵਿੱਚ ਫੌਜ ਪੁਲਿਸ ਵਿੱਚ ਭਰਤੀ ਹੁੰਦੀ ਹੈ। ਉੱਥੇ ਚੋਰੀ ਹੋ ਜਾਂਦੀ ਹੈ, ਚੋਰੀ ਹੁੰਦੀ ਹੈ ਤੇ ਗੱਡੀਆਂ ਦੀ ਤਲਾਸ਼ੀ ਲਈ ਜਾਂਦੀ ਹੈ, ਗੱਡੀਆਂ ਨੂੰ ਰੋਕਣ ਤੇ ਡਿਊਟੀ ਭੈਣ ਦੀ ਲੱਗੀ ਹੈ। ਜਦੋਂ ਕੋਈ ਗੱਡੀ ਆਉਂਦੀ ਰੋਕਦੇ ਆ, ਤਲਾਸ਼ੀ ਲੈਂਦੇ ਤੇ ਤੁਰ ਜਾਂਦੀ ਹੈ। ਇਹ ਗੱਡੀ ਆਈ, ਬੌਸ ਬੈਠਾ ਆਸਟ੍ਰੇਲੀਆ ਦਾ, ਤੇ ਜਦੋਂ ਭੈਣ ਨੇ ਸਿੱਖ ਭੈਣ ਨੇ ਹੱਥ ਕੀਤਾ ਤੇ ਉਹਦਾ ਗੱਡੀ ਨੂੰ ਜਾਣ। ਭੈਣ ਹੈਰਾਨ ਆ ਵੀ ਅਸੀਂ ਹਰ ਗੱਡੀ ਦੀ ਤਲਾਸ਼ੀ ਲੈਨੇ, ਗੱਡੀ ਨੂੰ ਕਿਉਂ ਜਾਣਦੇ? ਆਂਦੀ ਸਾਰੇ ਗੱਡੀ ਨੂੰ ਕਿਉਂ ਜਾਣ ਜਾਂਦਾ ਹੈ? ਆਂਦਾ ਤੈਨੂੰ ਨਹੀਂ ਪਤਾ? ਆਂਦਾ ਮੈਂ ਇਤਿਹਾਸ ਪੜਿਆ ਇਹਨਾਂ ਸਿੱਖਾਂ ਦਾ, ਇਹਨਾਂ ਦਾ ਕਿਰਦਾਰ ਪੜਿਆ, ਇਹ ਕਦੇ ਬੇਈਮਾਨੀ ਨਹੀਂ ਕਰਦੇ ਤੇ ਕਦੇ ਚੋਰੀ ਨਹੀਂ ਕਰਦੇ। ਤੈਨੂੰ ਪਤਾ ਉਹਦੇ ਸਿਰ ਤੇ ਪੱਗ ਬੰਨੀ ਤੇ ਪੱਗ ਬੰਨਣ ਵਾਲਾ ਕਦੇ ਚੋਰੀ ਨਹੀਂ ਕਰਦਾ। ਇਹ ਤੁਹਾਡੇ ਵੱਡਿਆਂ ਦਾ ਇਤਿਹਾਸ ਆ, ਇਹ ਵੱਡਿਆਂ ਦਾ ਕਿਰਦਾਰ ਪੜਿਆ ਉਹਨਾਂ ਨੇ, ਅੱਜ ਵਾਲਾ ਨਹੀਂ। ਅੱਜ ਵਾਲੇ ਅਜੀਤ ਸਿੰਘ ਦਾ ਨਹੀਂ ਪੜਿਆ, ਅੱਜ ਵਾਲੇ ਦਾ ਅਜੀਤ ਸਿੰਘ ਦਾ ਪੜ ਲਿਆ ਤੇ ਬਹੁਤ ਬੁਰਾ ਹਾਲ ਹੋ ਜਾਊਗਾ। ਅਸੀਂ ਉਹਨੂੰ ਬਰਕਰਾਰ ਰੱਖਣਾ ਸਾਡਾ ਫਰਜ਼ ਬਣਦਾ ਹੈ, ਸਾਡਾ ਫਰਜ਼ ਬਣਦਾ ਉਹਨੂੰ ਬਰਕਰਾਰ ਰੱਖਣਾ, ਉਹਨਾਂ ਤੇ ਪਹਿਰਾ ਦੇਣਾ। ਅਸੀਂ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਣਾਇਆ, ਅਜੀਤ ਸਿੰਘ ਸਾਨੂੰ ਬਣਾਇਆ, ਤੇ ਅੱਜ ਦੇ ਅਜੀਤ ਸਿੰਘ ਨੇ ਜੋ ਧੰਜੀਆਂ ਢਾਈਆਂ ਨਾ, ਜੋ ਧੰਜੀਆਂ ਢਾਈਆਂ ਸਿਧਾਂਤ ਦੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠਾ ਵੇਖਦਾ ਹੋਏਗਾ। ਇਹਨਾਂ ਤੋਂ ਵਾਰ ਤੇ ਪੁੱਤ ਮੈਂ ਸੱਚਖੰਡ ਦੀ ਤਸੀਨ ਅੰਦਰ ਖੁੰਡੀਆਂ ਚੱਪਲਾਂ ਲਾ ਰੱਖ ਕੇ ਤੇ ਬਾਹਰ ਸੱਚਖੰਡ ਲੈਤਾ। ਸੱਚਖੰਡ ਕੀ ਹੈ? ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਜਾਂ ਸੁਤਾ ਸਾਨੂੰ। ਖੁੰਡੀਆਂ ਚੱਪਲਾਂ ਵਾਲੀ ਕੋਈ ਲਾਇਬ੍ਰੇਰੀ ਹੋ ਸਕਦੀ ਹੈ, ਕੋਈ ਯਾਦਗਾਰ ਹੋ ਸਕਦੀ ਹੈ, ਪਰ ਸੱਚਖੰਡ ਨਹੀਂ ਹੋ ਸਕਦਾ। ਇਹ ਸਾਰਾ ਕੁਝ ਸਾਡੇ ਸਿਧਾਂਤ ਚ ਵਾੜਿਆ ਗਿਆ। ਇਹ ਤੋਂ ਬਚੋ, ਸਾਰੀਆਂ ਚੀਜ਼ਾਂ ਤੋਂ ਬਚੋ। ਤੁਹਾਡੀ ਕੌਮ ਆਰਿਆਂ ਥੱਲੇ ਨਹੀਂ ਡਰੀ, ਉੱਪਰਦੀਆਂ ਦੇਗਾਂ ਤੋਂ ਨਹੀਂ ਡਰੀ, ਉਹ ਰੰਭੀ ਦੇ ਥੱਲੇ ਨਹੀਂ ਡਰੀ, ਖੋਪਰ ਲਵਾ ਦਿੱਤਾ, ਪਰ ਕੇਸ ਨਹੀਂ ਕਟਾਏ। ਇੱਥੇ ਕੀ ਹੋ ਗਿਆ ਸਮਝ ਗਏ? ਆਓ ਸਿੱਖਾ, ਕੇਸ ਗੁਰੂ ਦੀ ਮੋਹਰ ਹੈ, ਇਹਨੂੰ ਤਾਂ ਭੁੱਲ ਕੇ ਵੀ ਕਟਾਈ ਨਾ। ਇਹ ਪੱਗ ਦਾ ਸਤਿਕਾਰ ਹੈ, ਜੇ ਪੱਗ ਬੰਨੀਆਂ ਤੇ ਦੁਨੀਆ ਤਾਂ ਝੁਕਾਉਂਦੀ, ਤੇਰੇ ਵੱਡਿਆਂ ਦਾ ਸਤਿਕਾਰ ਹੈ। ਇਸ ਕਰਕੇ ਸਿੱਖਾਂ ਸਿੱਖੀ ਇਜਾਜ਼ਤ ਨਹੀਂ ਦਿੰਦੀ ਕੇਸ ਕਟਾਉਣ ਦੀ। ਉਹ ਸਾਰੇ ਪਿਆਰ ਦੇ ਨਾਲ ਆਪਾਂ ਢਾਡੀ ਗੱਦੇ ਤੋਂ ਸਰਵਣ ਕਰਦੇ ਹਾਂ।
लगदा है मुख लगदा सफर पाया जानो ना भुलिया जानो ना भुलिया जिन्ना हंस शरीकी छाई तेनू देखी कहती है सिंगा के दिल कतल कराए तेनू देखी कहती है सिंगा के दिल कतल कराए ਧੰਨਵਾਦ ਜੀ ਆਇਆਂ। ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ। ਆਓ ਅਮਰਧਾਰੀ ਹੋ ਕੇ ਜੀਏ, ਗੁਰੂ ਦੇ ਪੁੱਤਰ ਧੀਆਂ ਬਣ ਕੇ ਜੀਏ। ਆਪਾਂ ਇਤਿਹਾਸ ਅੰਦਰ ਬੋਲਦੇ ਹਾਂ ਬਹੁਤ ਬਾਅਦ ਘਟੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਯੋਗ ਆ। ਸਮੂਹ ਸੰਗਤ ਜੀ ਆਇਆਂ, ਧੰਨਵਾਦ ਹੈ। ਧੰਨਵਾਦ ਜਿਨ੍ਹਾਂ ਨੇ ਬੜੀ ਮਹਾਨ ਕਿਰਪਾ ਕਰਕੇ ਆਪਣੀ ਪਾਵਨ ਗੋਦ ਦੇ ਵਿੱਚ ਸਾਨੂੰ ਸਤ ਸੰਗ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਦਇਆ ਦਾ ਘਰ ਵਿੱਚ ਆਣ ਕੇ ਸਾਨੂੰ ਗੁਰੂ ਦੇ ਗੁਣ, ਗੁਰੂ ਦੀਆਂ ਵਡਿਆਈਆਂ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ। ਕੋਟ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਓ ਮਾਂ ਗੁਜਰ ਕੌਰ ਦੇ ਕੋਈ ਜਿਗਰੇ ਵਰਗਾ ਜਿਗਰਾ ਬਣਾ ਕੇ ਦੱਸੇ, ਜਿੰਨਾ ਖੂਨ ਵਹਾਇਆ ਮਾਤਾ ਕੋਈ ਪਾਣੀ ਵਹਾ ਕੇ ਦੱਸੇ, ਜਿਹਨੇ ਵਕਤ ਪਤਨ ਦੀ ਢੱਕੀ ਅੱਜ ਵੇਲੇ ਸਿਰ ਆ ਨਹੀਂ ਸਕਿਆ। ਦੋ ਪੁੱਤਰਾਂ ਦੀਆਂ ਲਾਸ਼ਾਂ ਉੱਤੇ ਦੋ ਗਜ ਕੱਪੜਾ ਪਾ ਨਹੀਂ ਸਕਿਆ। ਬੁਲਾਓ ਫਤਿਹ ਦਿਓ ਆਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।